ਸੰਧੂ ਸਾਹਿਬ, ਹੁਣ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਿਰਫ 15,000 ਰੁਪਏ ਦੇ ਬਦਲੇ ਕੇਕੜਾ ਨਾਮਕ ਜਿਹੜਾ ਵਿਅਕਤੀ ਸੀ ਉਹਨੇ ਸਿੱਧੂ ਮੂਸੇਵਾਲਾ ਦੀ ਜਾਣਕਾਰੀ ਗੋਲਡੀ ਬਰਾੜ ਦੇ ਨਾਲ ਸਾਂਝੀ ਕੀਤੀ। ਇਹ ਬਿਲਕੁਲ ਦਰੁਸਤ ਗੱਲ ਹੈ ਵਾਸੂ ਜੀ। ਔਰ ਇਹ ਜਿਹੜੀ ਖਬਰ ਹੈ ਇਹਦੇ ਨਾਲ ਕਈ ਪੱਖ ਜਿਹੜੇ ਨੇ ਸਾਡੇ ਪੰਜਾਬ ਦੇ ਜਨ ਜੀਵਨ ਦੇ, ਪੰਜਾਬ ਦੀ ਤਰਾਸਦੀ ਦੇ, ਪੰਜਾਬ ਦੇ ਹਾਲਾਤ ਦੇ, ਉਹ ਵੀ ਸਾਹਮਣੇ ਆਉਂਦੇ ਨੇ ਜੀ। ਇਹ ਗੱਲ ਸਿਰਫ ਇੰਨੀ ਨਹੀਂ ਹੈ ਕਿ ਜਿਹੜਾ ਕੇਕੜਾ ਨਾਂ ਦਾ ਬੰਦਾ ਫੜਿਆ ਆ ਇਸ ਵੇਲੇ ਪੁਲਿਸ ਦੀ ਕਸਟਡੀ 'ਚ ਹੈ ਔਰ ਉਸਨੇ ਜਾਣਕਾਰੀ ਦਿੱਤੀ ਹੈ ਕਿ ਉਹ 15,000 ਰੁਪਇਆ ਲੈ ਕੇ ਸਾਰੀ ਜਾਣਕਾਰੀ ਅੱਗੇ ਸਾਂਝੀ ਕਰ ਰਿਹਾ ਸੀ। ਗੱਲ ਸਿਰਫ ਇਹ ਹੈ ਕਿ ਉਹ ਨਸ਼ੇੜੀ ਹੈ। ਮਾਂ ਪਿਓ ਇੱਕ ਤਰ੍ਹਾਂ ਨਾਲ ਉਹਨੇ, ਮਾਂ ਪਿਓ ਨਾਲ ਵੀ ਉਹਦੇ ਕੋਈ ਸੰਬੰਧ ਨਹੀਂ ਹੈ। ਘਰੋਂ ਨਿਕਲਿਆ ਉਹ ਬਾਹਰ ਅੰਦਰ ਤੁਰਿਆ ਫਿਰਦਾ, ਕਦੀ ਕਿਤੇ ਘਰ ਉਹ ਜਾਂਦਾ ਨਹੀਂ। ਜੇ ਘਰ ਜਾਂਦਾ ਹੈ ਤਾਂ ਮਾਂ ਪਿਓ ਨਾਲ ਲੜਦਾ ਝਗੜਦਾ, ਉਹਨਾਂ ਕੋਲੋਂ ਪੈਸੇ ਮੰਗਦਾ ਹੈ ਨਸ਼ਾ ਕਰਨ ਵਾਸਤੇ। ਹੁਣ ਵੇਖੋ ਇੱਥੇ ਇਨਡਾਇਰੈਕਟ ਢੰਗ ਦੇ ਨਾਲ ਸਿੱਧੂ ਮੂਸੇਵਾਲਾ ਕਾਂਡ ਦੇ ਵਿੱਚ ਨਸ਼ਾ ਜਿਹੜਾ ਹੈ ਉਹ ਕਿਸ ਤਰ੍ਹਾਂ ਇਨਵੋਲਵ ਹੋਇਆ ਜੀ। ਨਸ਼ਿਆਂ ਕਰਕੇ ਪੰਜਾਬ ਦੇ ਵਿੱਚ ਕਿੰਨੇ ਨੌਜਵਾਨ ਜਿਹੜੇ ਉਹ ਮੌਤ ਦੇ ਮੂੰਹ 'ਚ ਜਾ ਚੁੱਕੇ ਨੇ। ਨਸ਼ਿਆਂ ਕਰਕੇ ਕਿੰਨੇ ਲੋਕ ਜੇਲ੍ਹਾਂ 'ਚ ਬੰਦ ਨੇ। ਅਜੇ ਵੀ ਬਾਹਰ ਬੜੇ ਧੜੱਲੇ ਦੇ ਨਾਲ ਨਸ਼ਾ ਚੱਲ ਰਿਹਾ, ਚਾਰ ਚੁਫੇਰੇ। ਔਰ ਇਸ ਕਤਲਕਾਂਡ ਦੇ ਵਿੱਚ ਵੀ ਆ ਕੇ ਨਸ਼ਾ ਜਿਹੜਾ ਹੈ ਉਹ ਜੁੜ ਗਿਆ। ਕਿਤੇ ਨਾ ਕਿਤੇ ਨਸ਼ਾ ਜਿਹੜਾ ਉਹ ਇਸ ਦਾ ਕਾਰਨ ਬਣ ਗਿਆ ਸਿੱਧੂ ਮੂਸੇਵਾਲਾ ਦੀ ਮੌਤ ਦਾ। ਕੇਕੜੇ ਨੂੰ ਪੈਸਾ ਚਾਹੀਦਾ ਕਿਉਂਕਿ ਉਸਨੇ ਨਸ਼ਾ ਖਰੀਦਣਾ ਹੈ। ਉਹਦੇ ਵਾਸਤੇ ਉਹਨੂੰ ਪੈਸਾ ਚਾਹੀਦਾ, ਚਾਹੇ ਉਹ ਚੋਰੀ ਕਰਕੇ ਮਿਲੇ, ਚਾਹੇ ਝੂਠ ਬੋਲ ਕੇ ਮਿਲੇ, ਕਿਸੇ ਨਾਲ ਠੱਗੀ ਕਰਕੇ ਮਿਲੇ, ਭਾਂਡੇ ਵੇਚ ਕੇ ਮਿਲੇ, ਕੱਪੜੇ ਵੇਚ ਕੇ ਮਿਲੇ, ਮਾਂ ਪਿਓ ਨਾਲ ਲੜ ਕੇ ਲਵੇ, ਕਿਸੇ ਕੋਲੋਂ ਉਧਾਰੇ ਮੰਗ ਕੇ ਲਵੇ, ਜਿੱਦਾਂ ਮਰਜ਼ੀ ਲਵੇ, ਉਹਨੂੰ ਪੈਸਾ ਚਾਹੀਦਾ ਕਿਉਂਕਿ ਉਹਨੇ ਨਸ਼ਾ ਪੂਰਾ ਕਰਨਾ ਹੈ। ਉਸ ਨੂੰ ਨਸ਼ੇ ਦੀ ਇੰਨੀ ਤਲਬ ਲੱਗੀ ਹੋਈ ਹੈ। ਇਸ ਕਰਕੇ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨੇ ਨਸ਼ੇੜੀ ਕਿਸਮ ਦੇ ਜਾਂ ਕੋਈ ਛੋਟੇ ਮੋਟੇ ਅਪਰਾਧਕ ਪ੍ਰਵਿਰਤੀ ਵਾਲੇ, ਉਹ ਬੜੀ ਛੇਤੀ ਟਾਰਗੇਟ ਬਣ ਜਾਂਦੇ ਨੇ ਔਰ ਬੜੀ ਛੇਤੀ ਉਹਨਾਂ ਨੂੰ ਇਹੋ ਜਿਹੇ ਕੰਮ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਉਹਨਾਂ ਲੋਕਾਂ ਨੂੰ। ਔਰ ਉਹ ਫਟਾਫਟ ਇਸ ਗੱਲ ਲਈ ਤਿਆਰ ਵੀ ਹੋ ਜਾਂਦੇ ਨੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਮੈਨੂੰ ਇਸ ਕੰਮ ਲਈ ਪੈਸੇ ਮਿਲਣਗੇ। ਹੁਣ ਜਿਹੜਾ ਪ੍ਰਭਦੀਪ ਵੀ ਨਾਂ ਦਾ ਇੱਕ ਜਿਹੜਾ ਹੋਰ ਬੰਦਾ ਫੜਿਆ ਹੋਇਆ ਪੁਲਿਸ ਨੇ, ਉਹ ਵੀ ਪੁਲਿਸ ਦੀ ਹਿਰਾਸਤ ਵਿੱਚ ਹੈ। ਕੇਕੜੇ ਨੂੰ, ਸੰਦੀਪ ਕੇਕੜੇ ਨੂੰ ਨਾਲ ਉਸਨੇ ਕਾਂਟੈਕਟ ਕੀਤਾ ਸੀਗਾ ਕਿ ਜੇ ਤੂੰ ਫਲਾਣੇ ਪਿੰਡ ਦੇ ਵਿੱਚ ਇੱਦਾਂ ਦੀ ਜਾਣਕਾਰੀ ਸਾਨੂੰ ਲੈ ਕੇ ਦੇਵੇਂਗਾ ਅਤੇ ਅਸੀਂ ਤੈਨੂੰ 15,000 ਰੁਪਈਆ ਦੇਵਾਂਗੇ। ਉਸ ਪਿੰਡ ਦੇ ਵਿੱਚ ਕੋਈ ਕੇਕੜੇ ਦੀ ਰਿਸ਼ਤੇਦਾਰੀ ਵੀ ਹੈ। ਹੁਣ ਉਹ ਰਿਸ਼ਤੇਦਾਰਾਂ ਦੇ ਘਰ ਜਾਂਦਾ ਅਤੇ ਰਿਸ਼ਤੇਦਾਰ ਉਹਨੂੰ ਘਰੋਂ ਕੱਢ ਤਾਂ ਸਕਦੇ ਨਹੀਂ। ਉਹ ਘਰ ਜਾ ਕੇ ਉਹਨਾਂ ਦੇ ਰਹਿੰਦਾ ਰਿਹਾ, ਪਹਿਲਾਂ ਵੀ ਆਉਣਾ ਜਾਣਾ ਸੀ। ਉਹਨੂੰ ਸਾਰਾ ਕੁਝ ਪਤਾ ਸੀ ਕਿ ਸਿੱਧੂ ਮੂਸੇਵਾਲਾ ਇੱਥੇ ਰਹਿੰਦਾ, ਇੱਥੇ ਉਹਦਾ ਘਰ ਹੈ, ਇੱਥੇ ਬਾਹਰ ਹੈ। ਇਹ ਸਾਰੇ ਕੁਝ ਤੋਂ ਉਹ ਪਹਿਲਾਂ ਹੀ ਆਲਰੇਡੀ ਜਾਣੂ ਸੀ। ਫਿਰ ਉਸ ਤੋਂ ਬਾਅਦ ਜਦੋਂ ਉਹਨੂੰ ਇਹ ਕੰਮ ਸੌਂਪਿਆ ਗਿਆ ਕਿ ਤੂੰ ਇਹ ਕੰਮ ਕਰਨਾ ਹੈ, ਤਾਂ ਉਸਨੇ ਇਹ ਕੰਮ ਇਸ ਕਰਕੇ ਮੰਨ ਲਿਆ ਕਿ ਉਹਨੂੰ 15,000 ਰੁਪਈਆ ਮਿਲਣਾ ਹੈ ਜੀ। ਉਹ ਆਪਣੇ ਮੂੰਹੋਂ ਪੁਲਿਸ ਨੂੰ ਇਹ ਜਾਣਕਾਰੀ ਦੇ ਰਿਹਾ ਹੈ ਕਿ ਜਿਸ ਦਿਨ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ ਉਸ ਦਿਨ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ 13 ਵਾਰ ਉਹਦੀ ਫੋਨ 'ਤੇ ਗੱਲਬਾਤ ਹੋਈ ਹੈ। ਹੁਣ 13 ਵਾਰ ਫੋਨ 'ਤੇ ਜਦੋਂ ਗੱਲ ਹੁੰਦੀ ਹੈ, ਉਹ ਸਾਰੇ ਦਿਨ ਭਰ ਦੀ ਮੂਵਮੈਂਟ ਜਿਹੜੀ ਹੈ, ਜਦੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੀ ਮੈਂ ਹੁਣ ਉੱਠ ਪਿਆ, ਮੈਂ ਹੁਣ ਉਹਨਾਂ ਦੇ ਘਰ ਜਾ ਰਿਹਾ, ਮੈਂ ਉਹਨਾਂ ਦੇ ਘਰ ਪਹੁੰਚ ਗਿਆ, ਉਹਨਾਂ ਦੇ ਘਰ ਜਾ ਕੇ ਚਾਹ ਪੀਤੀ ਹੈ, ਸੈਲਫੀਆਂ ਲਈਆਂ ਸਿੱਧੂ ਮੂਸੇਵਾਲਾ ਨਾਲ ਥਾਰ ਗੱਡੀ ਨਾਲ, ਔਰ ਕੋਈ ਇੱਕ ਦੋ ਜਣੇ ਉਹਦੇ ਨਾਲ ਹੋਰ ਵੀ ਸੀ ਸੈਲਫੀਆਂ ਲੈਣ ਵਾਲੇ। ਪਰ ਉਹ ਸ਼ਾਇਦ ਵੈਸੇ ਹੀ ਉੱਥੇ ਉਹਦੇ ਘਰ ਜਿਹੜੀ ਜਿੱਦਾਂ ਅੱਜ ਪ੍ਰਸ਼ੰਸਕ ਕੋਈ ਉਹ ਆਏ ਹੋਣਗੇ ਲੋਕ, ਉਹ ਇਹਦੇ ਸਾਥੀ ਨਹੀਂ ਸੀ। ਇਹਦੇ ਸਾਥੀ ਜਿਹੜੇ ਨੇ ਉਹ ਬਾਹਰ ਸੀਗੇ ਕੇਕੜੇ ਦੇ ਜੀ। ਔਰ ਇਹ ਇੱਕ ਮਿੰਟ ਦੀ ਖਬਰ ਜਿਹੜੀ ਆ ਉਹ ਗੋਲਡੀ ਬਰਾੜ ਨੂੰ ਅੱਗੇ ਜਾਣਕਾਰੀ ਉਹਦੇ ਨਾਲ ਸਾਂਝੀ ਕਰਦਾ ਰਿਹਾ ਅਤੇ ਗੋਲਡੀ ਬਰਾੜ ਅੱਗੇ ਸ਼ਾਰਪ ਸ਼ੂਟਰਾਂ ਤੱਕ ਉਹ ਜਾਣਕਾਰੀ ਪਹੁੰਚਾਉਂਦਾ ਰਿਹਾ ਕਿ ਹੁਣ ਇਸ ਵੇਲੇ ਉਹ ਘਰੋਂ ਨਿਕਲ ਪਿਆ, ਉਹ ਇਕੱਲਾ ਹੈ, ਉਹਦੇ ਕੋਲ ਕਿਹੜੀ ਗੱਡੀ ਹੈ, ਬੁਲਟ ਪ੍ਰੂਫ ਗੱਡੀ ਨਹੀਂ ਹੈ, ਗਨਮੈਨ ਵੀ ਨਹੀਂ ਹੈ। ਹੁਣ ਇੰਨੀ ਜ਼ਿਆਦਾ ਇਨਫੋਰਮੇਸ਼ਨ ਜਿਹੜੀ ਦਿੱਤੀ ਹੈ, ਇਹ ਵੀ ਦੱਸਿਆ ਗਿਆ ਕਿ ਸਿੱਧੂ ਮੂਸੇਵਾਲਾ ਦੇ ਨਾਲ 2 ਲੋਕ ਹੋਰ ਵੀ ਟਰੈਵਲ ਕਰ ਰਹੇ ਨੇ, ਪਰ ਉਹਨਾਂ ਵਿੱਚੋਂ ਕਿਸੇ ਕੋਲ ਵੀ ਹਥਿਆਰ ਨਹੀਂ ਹੈ। ਇਹ ਸਾਰੀ ਜਾਣਕਾਰੀ ਜਿਹੜੀ ਆ ਉਹ ਕੇਕੜਾ ਨੇ ਪਾਸ ਕੀਤੀ। ਇਹਦਾ ਮਤਲਬ ਹੈ ਕਿ ਉਹਦੇ ਵਿੱਚ ਕੇਕੜੇ ਦੀ ਜਿਹੜੀ ਇਸ ਕਤਲਕਾਂਡ ਦੇ ਵਿੱਚ ਭੂਮਿਕਾ ਹੈ ਉਹ ਬੜੀ ਅਹਿਮ ਹੈ। ਸਿੱਧੂ ਮੂਸੇਵਾਲਾ ਨੂੰ ਮਰਾਉਣ ਦੇ ਵਿੱਚ ਉਸ ਦਾ ਬਹੁਤ ਵੱਡਾ ਹੱਥ ਹੈ। ਉਸਨੇ ਸਾਰੀ ਜਾਣਕਾਰੀ ਜਿਹੜੀ ਹੈ ਉਹ ਉਹਦੇ ਨਾਲ ਸਾਂਝੀ ਕੀਤੀ ਔਰ ਆਖਿਰਕਾਰ ਹੁਣ ਉਹ ਇਹ ਵੀ ਪੁਲਿਸ ਨੂੰ ਦੱਸ ਰਿਹਾ
ਕਿ ਜਦੋਂ ਮੈਂ ਗੋਲਡੀ ਬਰਾੜ ਨਾਲ ਗੱਲ ਕਰ ਰਿਹਾ ਸੀ ਤੇ ਮੈਨੂੰ ਤਾਂ ਇਸ ਚੀਜ਼ ਦਾ ਪਤਾ ਹੀ ਨਹੀਂ ਕਿ ਉਹ ਐਡਾ ਵੱਡਾ ਗੈਂਗਸਟਰ ਹੈ ਜਿਹੜਾ ਉੱਥੇ ਕੈਨੇਡਾ ਦੇ ਵਿੱਚ ਬੈਠਾ ਹੀ ਅੱਗੇ ਲੋਕਾਂ ਨੂੰ ਹਦਾਇਤਾਂ ਕਰਕੇ ਕਤਲ ਕਰਵਾ ਸਕਦਾ ਹੈ। ਅਤੇ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਮੈਨੂੰ ਪੈਸੇ ਦਿੱਤੇ ਨੇ ਅਤੇ ਜਿਹੜੀ ਮੈਂ ਜਾਣਕਾਰੀ ਇਕੱਠੀ ਕਰਕੇ ਉਹਨਾਂ ਨੂੰ ਦੇ ਰਿਹਾ ਉਹਦਾ ਮਤਲਬ ਇਹ ਕਿ ਉਹਨਾਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਨਾ ਹੈ। ਮੈਨੂੰ ਇਸ ਦੋਨਾਂ ਗੱਲਾਂ ਦਾ ਮੈਨੂੰ ਕੋਈ ਜਾਣਕਾਰੀ ਨਹੀਂ। ਮੈਨੂੰ ਸਿਰਫ ਇਹ ਜਾਣਕਾਰੀ ਸੀ ਕਿ ਮੈਨੂੰ ਪੈਸੇ ਮਿਲਣਗੇ ਅਤੇ ਮੈਂ ਉਹਦੇ ਨਾਲ ਆਪਣੇ ਨਸ਼ੇ ਦੀ ਪੂਰਤੀ ਕਰਾਂਗਾ। ਉਹ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਜਿਹੜੀਆਂ ਉਹ ਦੇ ਰਿਹਾ। ਅਸੀਂ ਬੇਸ਼ੱਕ ਅਜੇ ਹਾਲ ਦੀ ਘੜੀ ਇਹਨਾਂ ਗੱਲਾਂ ਨੂੰ ਮੰਨਦੇ ਆ ਕਿ ਇਸ ਤਰ੍ਹਾਂ ਹੀ ਹੋਇਆ ਹੋਵੇਗਾ, ਪਰ ਇਹ ਗੱਲ ਜਿਹੜੀ ਆ ਅਜੇ ਮੁਕੰਮਲ ਸੱਚ ਦੇ ਨੇੜੇ ਤੱਕ ਨਹੀਂ ਪਹੁੰਚ ਸਕੀ ਕਿ ਹਕੀਕਤ ਜਿਹੜੀ ਹੈ ਉਹ ਕੀ ਹੈ। ਆਖਰਕਾਰ ਗੋਲਡੀ ਬਰਾੜ ਨੇ ਜਿਹੜੇ 8 ਬੰਦਿਆਂ ਨੂੰ ਅੱਗੇ ਜਾਣਕਾਰੀ ਦਿੱਤੀ ਹੈ, ਜਿੰਨਾ ਚਿਰ ਉਹ ਬੰਦੇ ਹੱਥ ਨਹੀਂ ਲੱਗਦੇ। ਹਾਲਾਂਕਿ ਇਹ ਕਿਹਾ ਗਿਆ ਹੈ ਕਿ ਇੱਕ ਬਠਿੰਡਾ ਤੋਂ ਇੱਕ ਸ਼ਾਰਪ ਸ਼ੂਟਰ ਜਿਹੜਾ ਹਰਕਮਲ ਰਾਣੂ ਹੈ ਉਸ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ। ਉਹ ਕਹਿੰਦੇ ਆ ਕਿ ਜਿਹੜੇ 8 ਲੋਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਡਾਇਰੈਕਟਲੀ ਸ਼ਾਮਲ ਸੀ, ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਉਹਨਾਂ ਦੇ ਵਿੱਚ ਹਰਕਮਲ ਰਾਣੂ ਵੀ ਸ਼ਾਮਲ ਸੀ। ਪੰਜਾਬ ਪੁਲਿਸ ਵੱਲੋਂ ਪਹਿਲਾਂ ਸਾਰਿਆਂ ਦੇ ਚਿੱਤਰ ਜਾਰੀ ਕੀਤੇ ਗਏ ਸੀ ਮੀਡੀਆ ਦੇ ਉੱਤੇ 8 ਲੋਕਾਂ ਦੇ, ਉਹਨਾਂ ਦੇ ਵਿੱਚ ਵੀ ਰਾਣੂ ਦਾ ਜਿਹੜਾ ਚਿੱਤਰ ਹੈ ਉਹ ਹੈਗਾ ਸੀ। 8 ਲੋਕਾਂ ਦੀਆਂ ਗ੍ਰਿਫਤਾਰੀਆਂ ਹੁਣ ਤੱਕ ਹੋ ਚੁੱਕੀਆਂ ਨੇ। ਉਹਦੇ ਵਿੱਚ ਰਾਣੂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ, ਉਹਦੇ ਵਿੱਚ ਕੇਕੜੇ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ, ਕੁਛ ਹਰਿਆਣਾ ਤੋਂ, ਕੁਛ ਪੰਜਾਬ ਤੋਂ, ਕੁਛ ਰਾਜਸਥਾਨ ਤੋਂ 8 ਬੰਦੇ ਜਿਹੜੇ ਨੇ ਗ੍ਰਿਫਤਾਰ ਹੋ ਚੁੱਕੇ ਨੇ। ਪਰ ਵਾਸੂ ਜੀ ਗੱਲ ਫੇਰ ਘੁੰਮ ਫਿਰ ਕੇ ਉੱਥੇ ਹੀ ਆ ਜਾਂਦੀ ਹੈ ਕਿ ਅਜੇ ਤੱਕ ਉਹ ਗੱਲ ਸਾਹਮਣੇ ਨਹੀਂ ਆਈ ਕਿ ਇਹ ਸਾਰਾ ਜਿਹੜਾ ਹੈ ਤਾਣਾ ਬਾਣਾ ਕਿਵੇਂ ਬੁਣਿਆ ਗਿਆ, ਕਿਉਂਕਿ ਜਿਹੜੇ ਬੰਦੇ ਡਾਇਰੈਕਟ ਕਤਲ ਕਰਨ ਵਾਲੇ ਨੇ, ਹੁਣ ਕਿਹਾ ਜਾ ਰਿਹਾ ਕਿ ਰਾਣੂ ਉਹਨਾਂ 'ਚ ਸ਼ਾਮਲ ਹੈ। ਔਰ ਇਹ ਵੀ ਪਤਾ ਲੱਗਿਆ ਕਿ ਰਾਣੂ ਦੇ ਘਰ ਵਾਲਿਆਂ ਨੇ ਹੀ ਗ੍ਰਿਫਤਾਰ ਕਰਾ ਦਿੱਤਾ ਪੁਲਿਸ ਨੂੰ। ਉਹਨਾਂ ਨੇ ਦੱਸਿਆ ਕਿ ਇਹ ਅਪਰਾਧਕ ਪ੍ਰਵਿਰਤੀ ਦਾ ਹੈਗਾ, ਸ਼ੁਰੂ ਤੋਂ ਹੀ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ, ਅਸੀਂ ਇਹਨੂੰ ਘਰੋਂ ਬੇਦਖਲ ਵੀ ਕੀਤਾ ਹੋਇਆ ਅਤੇ ਇਸ ਕਰਕੇ ਉਹਨਾਂ ਨੇ ਆਪ ਹੀ ਪੁਲਿਸ ਨੂੰ ਫੜਾਤਾ ਵੀ ਤੁਸੀਂ ਇਹਨੂੰ ਫੜ ਲਓ। ਹੁਣ ਉਹ ਸੱਚਮੁੱਚ ਸ਼ਾਮਲ ਹੈ ਕਿ ਪੁਲਿਸ ਜਿਹੜੀ ਹੈ ਉਹ ਖਾਨਾ ਪੂਰਤੀ ਕਰ ਰਹੀ ਹੈ ਕਿ ਹਾਂ ਜੀ ਅਸੀਂ ਫੜ ਲਿਆ। ਬਾਕੀ ਦੇ 7 ਜਿਹੜੇ ਨੇ ਅਜੇ ਉਹ ਰਹਿੰਦੇ ਨੇ, ਉਹ ਪੁਲਿਸ ਦੇ ਕਾਬੂ ਵਿੱਚ, ਉਹਨਾਂ ਵਿੱਚੋਂ ਕੋਈ ਨਹੀਂ ਆਇਆ। ਹੁਣ ਤੱਕ ਜਿਹੜੀਆਂ ਜਾਣਕਾਰੀਆਂ ਇਸ ਸੰਬੰਧ ਦੇ ਵਿੱਚ, ਇਸ ਕਤਲਕਾਂਡ ਦੇ ਵਿੱਚ ਆਈਆਂ ਨੇ, ਉਹ ਇਹੀ ਨੇ ਕਿ ਲਾਰੈਂਸ ਬਿਸ਼ਨੋਈ ਗਰੁੱਪ ਨੇ ਕਤਲ ਕਰਾਇਆ, ਗੋਲਡੀ ਬਰਾੜ ਦਾ ਇਹਦੇ 'ਚ ਯੋਗਦਾਨ ਹੈ। ਆਪਾਂ ਇੱਕ ਦਿਨ ਇਹ ਵੀ ਖਬਰ ਕੀਤੀ ਸੀ ਕਿ ਸਚਿਨ ਬਿਸ਼ਨੋਈ ਜਿਹੜਾ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਦਾ ਭਾਣਜਾ ਦੱਸਦਾ, ਉਹ ਕਹਿੰਦਾ ਕਿ ਗੋਲੀਕਾਂਡ ਦੇ ਵਿੱਚ ਮੈਂ ਸ਼ਾਮਲ ਸੀ, ਗੋਲੀਆਂ ਸਿੱਧੂ ਮੂਸੇਵਾਲਾ ਨੂੰ ਮੈਂ ਮਾਰੀਆਂ ਨੇ। ਮਤਲਬ ਇਹ ਸਾਰੀ ਚੀਜ਼ ਜਿਹੜੀ ਹੈ ਇਹ ਨਿਖਰ ਕੇ ਅਜੇ ਸਾਹਮਣੇ ਆਉਣੀ ਹੈ। ਪੰਜਾਬ ਪੁਲਿਸ ਜਿਹੜੀ ਆ ਉਹ ਕਹਿ ਰਹੀ ਕਿ ਅਸੀਂ 25 ਟੀਮਾਂ ਭੇਜੀਆਂ ਹੋਈਆਂ ਨੇ ਵੱਖ-ਵੱਖ ਰਾਜਾਂ ਦੇ ਵਿੱਚ ਪਤਾ ਕਰਨ ਵਾਸਤੇ। ਕੇਂਦਰੀ ਏਜੰਸੀਆਂ ਨੇ ਲਾਰੈਂਸ ਬਿਸ਼ਨੋਈ ਨੂੰ 2 ਵਾਰੀ ਰਿਮਾਂਡ ਦੇ ਉੱਤੇ ਲਿਆ, 5-5 ਵਾਰ। ਕੱਲ੍ਹ ਫੇਰ ਪਤਾ ਲੱਗਿਆ ਕਿ ਉਸਦਾ 4 ਦਿਨ ਦਾ ਹੋਰ ਰਿਮਾਂਡ ਲਿਆ ਗਿਆ ਔਰ 10 ਦਿਨਾਂ ਦੇ ਵਿੱਚ, 15 ਦਿਨਾਂ ਦੇ ਵਿੱਚ ਉਹਦੇ ਕੋਲੋਂ ਕੀ ਕੁਛ ਸੁਰਾਗ ਮਿਲੇ ਨੇ, ਕੀ ਪਤਾ ਲੱਗਿਆ, ਸਿਵਾਏ ਇਸ ਗੱਲ ਦੇ ਕਿ ਇੰਨੀ ਕੁ ਗੱਲ ਹੋ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਗਰੁੱਪ ਨੇ ਕਰਾਇਆ ਹੈ। ਲਾਰੈਂਸ ਬਿਸ਼ਨੋਈ ਨੇ ਗੋਲਡੀ ਬਰਾੜ ਨੂੰ ਫੋਨ ਕੀਤਾ ਸੀ, ਉੱਧਰੋਂ ਕੇਕੜਾ ਗੋਲਡੀ ਬਰਾੜ ਨੂੰ ਫੋਨ ਕਰ ਰਿਹਾ ਹੈ। ਮਤਲਬ ਇਹ ਇੱਥੇ ਕਿ ਜੇ ਹਜੇ ਕਹਾਣੀ ਘੁੰਮ ਰਹੀ ਹੈ। ਜਦੋਂ ਤੱਕ ਜਿਹੜੇ ਸ਼ਾਰਪ ਸ਼ੂਟਰ ਜਿਨ੍ਹਾਂ ਨੇ ਆਪ ਗੋਲੀਆਂ ਚਲਾਈਆਂ ਸਿੱਧੂ ਮੂਸੇਵਾਲਾ ਦੇ ਉੱਤੇ, ਉਹ 7 ਦੇ 7 ਬੰਦੇ ਪੁਲਿਸ ਦੇ ਸਾਹਮਣੇ ਨਹੀਂ ਆਉਂਦੇ, ਫੜੇ ਨਹੀਂ ਜਾਂਦੇ ਔਰ ਉਹ ਇਸ ਚੀਜ਼ ਦਾ ਇਕਬਾਲ ਨਹੀਂ ਕਰਦੇ ਜਾਂ ਜਾਣਕਾਰੀ ਨਹੀਂ ਦਿੰਦੇ, ਉਦੋਂ ਤੱਕ ਇਹਦੇ ਉੱਤੇ ਪਰਦਾ ਬਣਿਆ ਰਹੇਗਾ। ਹਾਂਜੀ ਸੰਧੂ ਸਾਹਿਬ, ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਇੱਕ ਨਜ਼ਦੀਕੀ ਠੇਕੇਦਾਰ ਉਹ ਰੇਤਾ ਦੇ ਨਜਾਇਜ਼ ਕਾਰੋਬਾਰ ਵਿੱਚ ਗ੍ਰਿਫਤਾਰ ਹੋਇਆ, ਇਹਦਾ ਕੀ ਵੇਰਵਾ ਜੀ? ਚਰਨਜੀਤ ਸਿੰਘ ਚੰਨੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਣ ਪਿੱਛੋਂ ਕਾਂਗਰਸ ਸਰਕਾਰ ਦੇ ਕੁਝ ਆਖਰੀ 2.5-3 ਮਹੀਨਿਆਂ ਵਾਸਤੇ ਮੁੱਖ ਮੰਤਰੀ ਬਣੇ ਸੀ ਜੀ, ਉਹਨਾਂ ਦਾ ਨਾਂ ਜਿਹੜਾ ਹੈ ਰੇਤਾ ਦੀ ਨਜਾਇਜ਼ ਕਾਰੋਬਾਰ ਨਾਲ ਪਹਿਲਾਂ ਤੋਂ ਵੀ ਜੁੜਿਆ ਹੋਇਆ ਹੈ। ਉਹਨਾਂ ਦੇ ਉੱਤੇ ਸਿੱਧੇ ਇਲਜ਼ਾਮ ਜਿਹੜੇ ਨੇ ਉਹ ਵੀ ਪਹਿਲਾਂ ਲੱਗ ਚੁੱਕੇ ਨੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਵੀ ਇਲਜ਼ਾਮ ਲੱਗੇ ਸੀ, ਜਦੋਂ ਚਰਨਜੀਤ ਸਿੰਘ ਚੰਨੀ ਆਪ ਮੁੱਖ ਮੰਤਰੀ ਸੀ ਉਦੋਂ ਵੀ ਇਲਜ਼ਾਮ ਲੱਗੇ ਸੀ ਔਰ ਉਸ ਵੇਲੇ ਬੜੇ ਜ਼ੋਰ ਸ਼ੋਰ ਨਾਲ ਇਲਜ਼ਾਮ ਲੱਗੇ ਸੀ ਜਦੋਂ ਉਸ ਦਾ ਭਾਣਜਾ ਭੁਪਿੰਦਰ ਹਨੀ ਉਸ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਸੀ। ਉਹਦੇ ਕੋਲੋਂ 10-11 ਕਰੋੜ ਰੁਪਇਆ ਨਗਦ ਉਹ ਵੀ ਬਰਾਮਦ ਹੋਇਆ ਸੀ। ਅੱਜ ਤੱਕ ਉਹਦਾ ਕੁਝ ਪਤਾ ਨਹੀਂ ਕਿ ਕੀ ਬਣਿਆ ਅਤੇ ਕਿਵੇਂ ਨਹੀਂ। ਅਜੇ ਉਹਦੇ ਮਤਲਬ ਉਹ ਅਜੇ ਜੇਲ੍ਹ ਦੇ ਵਿੱਚ ਹੈਗਾ ਭੁਪਿੰਦਰ ਹਨੀ। ਉਹ ਇੱਕ ਹੋਰ ਉਹਦਾ ਸਾਥੀ ਸੀ, ਬਾਅਦ ਵਿੱਚ ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ।
ਔਰ ਭੁਪਿੰਦਰ ਹਨੀ ਨੇ ਜਿਹੜੇ ਖੁਲਾਸੇ ਕੀਤੇ ਸੀ ਉਹਨਾਂ ਤੋਂ ਬਾਅਦ ਈਡੀ ਦੀ ਸੂਈ ਜਿਹੜੀ ਹੈ ਉਹ ਚਰਨਜੀਤ ਸਿੰਘ ਚੰਨੀ ਵੱਲ ਉਸ ਵੇਲੇ ਵੀ ਘੁੰਮੀ ਸੀ, ਪਰ ਚਰਨਜੀਤ ਸਿੰਘ ਚੰਨੀ ਤੋਂ ਅਜੇ ਨਾ ਤਾਂ ਪੁੱਛਗਿੱਛ ਕੀਤੀ ਗਈ ਹੈ, ਨਾ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਨਾ ਹੀ ਉਹਨਾਂ ਨੂੰ ਕਿਸੇ ਮੁਕੱਦਮੇ ਦੇ ਵਿੱਚ ਇਨਵੋਲਵ ਹੋਣ ਤੱਕ ਕੀਤਾ ਗਿਆ। ਈਡੀ ਨੇ ਇਹ ਜ਼ਰੂਰ ਕਿਹਾ ਸੀ ਅਦਾਲਤ ਦੇ ਵਿੱਚ ਵਾਰ-ਵਾਰ, ਜਦੋਂ 2-3 ਵਾਰ ਭੁਪਿੰਦਰ ਹਨੀ ਦਾ ਰਿਮਾਂਡ ਲਿਆ ਸੀ ਤੇ ਉਦੋਂ ਇਹ ਗੱਲ ਜ਼ਰੂਰ ਕਹੀ ਗਈ ਸੀ ਕਿ ਇਹ ਮਾਮਲਾ ਸਿਰਫ 10-11 ਕਰੋੜ ਦਾ ਨਹੀਂ, ਇਹ 325 ਕਰੋੜ ਦਾ ਮਾਮਲਾ ਹੈ, ਜਦ ਕਿ ਵਿਰੋਧੀ ਪਾਰਟੀਆਂ ਵਾਲੇ ਕਹਿ ਰਹੇ ਸੀ ਕਿ ਇਹ 325 ਕਰੋੜ ਤੋਂ ਵੀ ਵੱਧ ਦਾ ਮਾਮਲਾ ਹੈ। ਔਰ ਇਸ ਤਰ੍ਹਾਂ ਦੀ ਗੱਲ ਵੀ ਹੋਈ ਸੀ ਕਿ 3 ਸਾਲਾਂ ਦੇ ਵਿੱਚ ਹੀ 3 ਮਹੀਨਿਆਂ ਦੇ ਵਿੱਚ ਹੀ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਲੰਬਾ ਹੱਥ ਇਸ ਮਾਮਲੇ ਵਿੱਚ ਮਾਰ ਲਿਆ। ਉਸ ਵੇਲੇ ਵੀ ਇਕਬਾਲ ਸਿੰਘ ਨਾਂ ਦੇ ਇੱਕ ਠੇਕੇਦਾਰ ਦਾ ਜ਼ਿਕਰ ਹੋਇਆ ਸੀਗਾ ਜਿਹੜਾ ਰੇਤਾ ਦਾ ਕਾਰੋਬਾਰ ਨਜਾਇਜ਼ ਕਾਰੋਬਾਰ ਕਰਦਾ ਸੀ, ਔਰ ਇਹ ਕਿਹਾ ਗਿਆ ਸੀ ਕਿ ਉਹ ਉਸ ਦਾ ਚਰਨਜੀਤ ਸਿੰਘ ਚੰਨੀ ਦਾ ਖਾਸ ਬੰਦਾ ਹੈ, ਬਹੁਤ ਨਜ਼ਦੀਕੀ ਹੈ। ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਸੀ ਤਾਂ ਸਭ ਤੋਂ ਪਹਿਲਾਂ ਉਹ ਇਕਬਾਲ ਸਿੰਘ ਠੇਕੇਦਾਰ ਦੇ ਘਰ ਗਏ ਸੀ। ਹੁਣ ਉਸੇ ਇਕਬਾਲ ਸਿੰਘ ਠੇਕੇਦਾਰ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹਦੇ ਖਿਲਾਫ ਸ਼ਿਕਾਇਤਾਂ ਪਹਿਲਾਂ ਵੀ ਸੀ, ਪਰ ਪਹਿਲਾਂ ਉਹਨਾਂ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਜਿਸ ਵੇਲੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ ਉਸ ਵੇਲੇ ਰੋਪੜ ਜੰਗਲਾਤ ਵਿਭਾਗ ਵੱਲੋਂ ਪੁਲਿਸ ਨੂੰ ਕਾਰਵਾਈ ਵਾਸਤੇ 2 ਪੱਤਰ ਭੇਜੇ ਗਏ ਸੀ। ਪਹਿਲਾ ਲੈਟਰ ਜਿਹੜਾ ਸੀ ਉਹ 18 ਨਵੰਬਰ 2021 ਨੂੰ ਭੇਜਿਆ ਗਿਆ ਸੀ, ਇਹਦੇ ਤੋਂ ਬਾਅਦ 22 ਨਵੰਬਰ ਨੂੰ ਫਿਰ ਭੇਜਿਆ ਗਿਆ ਸੀ। ਪਹਿਲਾਂ ਪੁਲਿਸ ਨੂੰ ਭੇਜਿਆ ਗਿਆ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਸ ਤੋਂ ਬਾਅਦ ਫਿਰ SDM ਨੂੰ ਚਿੱਠੀ ਉਸਨੇ ਜੰਗਲਾਤ ਅਫਸਰ ਨੇ ਭੇਜੀ ਕਿ ਇਕਬਾਲ ਸਿੰਘ ਜਿਹੜਾ ਹੈ ਇਹ ਕੁਝ ਬੰਦੇ ਹੋਰਾਂ ਦੇ ਨਾਲ ਰਲ ਕੇ ਜੰਗਲਾਤ ਮਹਿਕਮੇ ਦੀ ਜ਼ਮੀਨ ਪੁੱਟ ਕੇ ਉਹਦੇ ਵਿੱਚੋਂ ਰੇਤਾ ਕੱਢ ਕੇ ਉਸ ਦਾ ਨਜਾਇਜ਼ ਕਾਰੋਬਾਰ ਕਰ ਰਿਹਾ ਹੈ, ਇਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਇਹ ਵੀ ਬਲਕਿ ਦੱਸਿਆ ਗਿਆ ਸੀਗਾ ਉਸ ਜੰਗਲਾਤ ਅਫਸਰ ਵੱਲੋਂ ਕਿ ਇਸ ਨੇ ਬਹੁਤ ਸਾਰੇ ਰੁੱਖਾਂ ਨੂੰ ਵੀ ਨੁਕਸਾਨ ਪਹੁੰਚਾਇਆ, ਕਿਉਂਕਿ ਜਦੋਂ ਰੇਤਾ ਕੱਢਣੀ ਹੈ ਤਾਂ ਉਹ ਰੁੱਖ ਵੀ ਪੁੱਟ ਦਿੱਤੇ ਗਏ ਔਰ ਉੱਥੋਂ ਜ਼ਮੀਨ ਪੁੱਟ ਕੇ ਫਿਰ ਉਹਦੇ ਥੱਲੇ ਰੇਤਾ ਕੱਢ ਕੇ ਉਸ ਦਾ ਉਹ ਕਾਰੋਬਾਰ ਕਰਦਾ ਰਿਹਾ, ਪਰ ਉਹਦੇ ਖਿਲਾਫ ਉਸ ਵੇਲੇ ਕੋਈ ਕਾਰਵਾਈ ਨਹੀਂ ਹੋਈ। ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਸਹਾਇਕ ਇੰਚਾਰਜ ਰਹੇ ਨੇ ਰਾਘਵ ਚੱਢਾ ਨੇ ਵੀ ਆਪਣੇ ਪੱਧਰ ਦੇ ਉੱਤੇ ਜਿੰਦਾਪੁਰ ਇੱਕ ਪਿੰਡ ਆ ਜਿਹਦੇ ਵਿੱਚ ਰੇਡ ਕੀਤੀ ਸੀ ਔਰ ਉਹਨੇ ਦੱਸਿਆ ਸੀ ਕਿ ਉੱਥੇ ਨਜਾਇਜ਼ ਕਾਰੋਬਾਰ ਹੋ ਰਿਹਾ ਰੇਤਾ ਦਾ, ਔਰ ਇਸ ਸਾਰੇ ਮਾਮਲੇ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਹਿ ਦੇ ਰਹੇ ਨੇ। ਉਹਦੇ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਇਹ ਸਾਰੇ ਕੰਮ ਦੇ ਉੱਤੇ ਪੋਚਾ ਪਾਉਣ ਲਈ ਆਪ ਵੀ ਉਸ ਜਗ੍ਹਾ ਦਾ ਸਰਵੇਖਣ ਕੀਤਾ ਅਤੇ ਕਿਹਾ ਜੀ ਨਹੀਂ ਇੱਥੇ ਤੇ ਕੋਈ ਨਜਾਇਜ਼ ਕਾਰੋਬਾਰ ਨਹੀਂ ਹੋ ਰਿਹਾ। ਦੂਜੇ ਪਾਸੇ ਜਿਹੜੇ ਅਕਾਲੀ ਨੇਤਾ ਬਿਕਰਮ ਮਜੀਠੀਆ ਨੇ ਉਹਨਾਂ ਨੇ ਵੀ ਇਸ ਚੀਜ਼ ਦਾ ਉਸ ਵੇਲੇ ਦਾਅਵਾ ਕੀਤਾ ਸੀ ਕਿ ਇਕਬਾਲ ਸਿੰਘ ਜਿਹੜਾ ਉਹ ਹੀ ਨਜਾਇਜ਼ ਕਾਰੋਬਾਰ ਕਰ ਰਿਹਾ ਰੇਤਾ ਦਾ, ਸਭ ਤੋਂ ਵੱਡਾ ਠੇਕੇਦਾਰ ਉਹ ਹੈ ਅਤੇ ਉਸ ਨੂੰ ਚਰਨਜੀਤ ਸਿੰਘ ਚੰਨੀ ਦੀ ਸ਼ਹਿ ਪ੍ਰਾਪਤ ਹੈ। ਪਰ ਇਹ ਸਾਰਾ ਮਾਮਲਾ ਜਿਹੜਾ ਪਹਿਲਾਂ ਦਬਾਇਆ ਜਾਂਦਾ ਰਿਹਾ, ਹੁਣ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ। ਔਰ ਜਿਹੜੇ ਲੈਟਰ ਜੰਗਲਾਤ ਅਫਸਰ ਨੇ ਲਿਖੇ ਸੀ ਉਹ ਉਸ ਤੋਂ ਪਹਿਲਾਂ ਦੇ ਨੇ, ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸੀ ਉਸ ਵੇਲੇ ਦੇ ਉਹ ਲੈਟਰ ਨੇ, ਉਹਨਾਂ ਨੂੰ ਹੀ ਆਧਾਰ ਬਣਾਇਆ। ਹੋਰ ਵੀ ਉਹਦੇ ਕੋਲੋਂ ਪੁੱਛਗਿੱਛ ਹੁਣ ਕੀਤੀ ਜਾ ਰਹੀ ਹੈ ਔਰ ਉਹਦੇ ਕੋਲੋਂ ਕੀ ਖੁਲਾਸੇ ਹੁੰਦੇ ਨੇ ਕੀ ਨਹੀਂ ਇਹ ਆਪਾਂ ਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਇਹਦੇ ਵਿੱਚ ਕੌਣ ਸ਼ਾਮਲ ਹੈ। ਉਹ ਆਪਣੇ ਪੱਧਰ ਉੱਤੇ ਤਾਂ ਇਹ ਕੰਮ ਕਰ ਨਹੀਂ ਸਕਦਾ ਜਿੰਨਾ ਚਿਰ ਉਸ ਨੂੰ ਕਿਸੇ ਉੱਪਰਲੇ ਆਗੂ ਦੀ ਜਾਂ ਸਰਕਾਰ ਦੇ ਵਿੱਚੋਂ ਕਿਸੇ ਦੀ ਸ਼ਹਿ ਪ੍ਰਾਪਤ ਨਹੀਂ ਹੁੰਦੀ। ਹੁਣ ਡਾਇਰੈਕਟਲੀ ਚਰਨਜੀਤ ਸਿੰਘ ਚੰਨੀ ਦਾ ਨਾਮ ਹੀ ਇਹਦੇ ਵਿੱਚ ਲਿਆ ਜਾ ਰਿਹਾ ਹੈ ਔਰ ਉਹਨਾਂ ਦੇ ਰਿਲੇਸ਼ਨ ਵੀ ਆਪਸ ਵਿੱਚ ਬਹੁਤ ਜ਼ਿਆਦਾ ਨੇ। ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਇਕਬਾਲ ਸਿੰਘ ਦੇ ਘਰ ਜਾਣਾ ਚਰਨਜੀਤ ਸਿੰਘ ਚੰਨੀ ਦਾ ਇਹ ਸਿੱਧ ਕਰਦਾ ਹੈ ਕਿ ਉਹਨਾਂ ਦੇ ਆਪਸ ਵਿੱਚ ਗੂੜ੍ਹੇ ਸੰਬੰਧ ਨੇ। ਔਰ ਹੁਣ ਹੋ ਸਕਦਾ ਹੈ ਕਿ ਇਹ ਜਿਹੜੀ ਹੈ ਉਂਗਲੀ ਅੱਗੇ ਚਰਨਜੀਤ ਸਿੰਘ ਚੰਨੀ ਵੱਲ ਵੀ ਜਾਵੇ ਔਰ ਕੱਲ੍ਹ ਨੂੰ ਉਹ ਵੀ ਕਾਨੂੰਨ ਦੇ ਸ਼ਿਕੰਜੇ ਵਿੱਚ ਆਉਣ, ਪਰ ਅਜੇ ਇਸ ਸੰਬੰਧ ਦੇ ਵਿੱਚ ਖੁਲਾਸੇ ਹੋਣ ਤੱਕ ਸਾਨੂੰ ਉਡੀਕ ਕਰਨੀ ਪਏਗੀ। ਹਾਂਜੀ। ਤੇ ਸੰਧੂ ਸਾਹਿਬ, ਖਬਰ ਇਹ ਵੀ ਆ ਰਹੀ ਹੈ ਕਿ ਡੇਰਾ ਬਸਤੀ ਦੇ ਵਿੱਚ ਹਥਿਆਰਬੰਦ ਲੁਟੇਰਿਆਂ ਨੇ ਪ੍ਰਾਪਰਟੀ ਡੀਲਰ ਤੋਂ ਦਿਨ ਦਿਹਾੜੇ 1 ਕਰੋੜ ਰੁਪਇਆ ਲੁੱਟ ਲਿਆ ਜੀ। ਆਪਾਂ ਜਿਵੇਂ ਬਾਸੂ ਜੀ ਪਹਿਲੀ ਖਬਰ ਕੀਤੀ ਆ ਨਾ, ਜਿਹਦੇ ਵਿੱਚ ਆਪਾਂ ਕੇਕੜੇ ਦੀ ਗੱਲ ਕਰ ਰਹੇ ਸੀ ਕਿ ਦੇਖੋ ਨਸ਼ਿਆਂ ਦਾ ਜਿਹੜਾ ਕਾਰੋਬਾਰ ਹੈ ਪੰਜਾਬ ਦੇ ਵਿੱਚ, ਪੰਜਾਬ ਨੂੰ ਕਿਵੇਂ ਆਪਣੀ ਜਕੜ ਦੇ ਵਿੱਚ ਲੈ ਰਿਹਾ। ਦੂਜੀ ਗੱਲ ਜਿਹੜੀ ਹੈ ਉਹ ਇਹ ਆ ਸਭ ਤੋਂ ਵੱਡੀ ਕਿ ਅਮਨ ਕਾਨੂੰਨ ਦੀ ਹਾਲਤ ਕੀ ਹੋਈ ਹੈ। ਇੱਥੇ ਦਿਨ ਦੀਵੀਂ ਗੋਲੀਆਂ ਚੱਲ ਰਹੀਆਂ ਨੇ ਸ਼ਰੇਆਮ, ਔਰ ਕੋਈ ਦਿਨ ਐਸਾ ਨਹੀਂ ਲੰਘਦਾ ਜਿਸ ਦਿਨ ਕੋਈ ਕਿਸੇ ਤਰ੍ਹਾਂ ਦੀ ਕੋਈ ਵਾਰਦਾਤ ਨਹੀਂ ਹੁੰਦੀ, ਕੋਈ ਕਤਲ ਨਹੀਂ ਹੁੰਦਾ। ਇਹਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਵੀ ਸ਼ਾਮਲ ਹੈ, ਇਹਦੇ 'ਚ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ
ਨੰਗਲ ਅੰਬੀਆਂ ਦਾ ਕਤਲ ਵੀ ਸ਼ਾਮਲ ਹੈ, ਇਹਦੇ 'ਚ ਮੋਗੇ ਵਿੱਚ ਇੱਕ ਹੋਇਆ ਕਤਲ ਵੀ ਸ਼ਾਮਲ ਹੈ, ਲਾਲਪੁਰ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਹਮਣੇ ਇੱਕ ਪਹਿਲਵਾਨ ਦਾ ਹੋਇਆ ਕਤਲ। ਮਤਲਬ ਇੱਦਾਂ ਦੇ ਕਿੰਨੇ ਨੇ, ਆਪਾਂ ਕਿੰਨੇ ਕੁ ਗਿਣ ਸਕਦੇ ਹਾਂ। ਇੰਨੇ ਸਾਰੇ ਕਤਲ ਜਿਹੜੇ ਸ਼ਰੇਆਮ ਦਿਨ ਦੀ ਵੀ ਗੋਲੀਆਂ ਚਲਾ ਕੇ ਬੰਦਿਆਂ ਨੂੰ ਮਾਰਿਆ ਜਾ ਰਿਹਾ ਹੈ ਔਰ ਜਾਂ ਲੁੱਟਿਆ ਜਾ ਰਿਹਾ ਹੈ। ਜੀ ਹਥਿਆਰ ਲੈ ਕੇ ਲੋਕ ਇਸ ਢੰਗ ਦੇ ਨਾਲ ਫਿਰ ਰਹੇ ਨੇ। ਔਰ ਪੰਜਾਬ ਦੇ ਵਿੱਚ ਤਰਾਸਦੀ ਇਹ ਆ ਪੰਜਾਬ ਦੀ ਕਿ ਪੰਜਾਬ ਦੇ ਕੋਲ ਜਿੰਨੇ ਲਾਇਸੈਂਸੀ ਹਥਿਆਰ ਨੇ ਉਹਨਾਂ ਤੋਂ ਕਈ ਗੁਣਾ ਵੱਧ ਨਜਾਇਜ਼ ਹਥਿਆਰ ਲੋਕ ਲਈ ਫਿਰਦੇ ਨੇ, ਕਿਉਂਕਿ ਉਹ ਬੜੇ ਸੌਕੇ ਮਿਲ ਜਾਂਦੇ ਨੇ। ਕੋਈ ਲਾਇਸੈਂਸ ਲਈ ਭੱਜ ਦੌੜ ਨਹੀਂ ਕਰਨੀ ਪੈਂਦੀ, ਕੋਈ ਦਸਤਾਵੇਜ਼ ਨਹੀਂ ਬਣਾਉਣੇ ਪੈਂਦੇ, ਸਿਰਫ ਪੈਸੇ ਦਿਓ ਅਤੇ ਆਪਣਾ ਹਥਿਆਰ ਲਓ ਅਤੇ ਚਲੋ ਜਾਓ, ਜਿੱਥੇ ਲੋੜ ਪਈ ਉੱਥੇ ਚਲਾ ਲਿਆ, ਲੁੱਟ ਖੋਹ ਲਈ। ਜਿਹੜੇ ਬੰਦਾ ਜਿਹਨੇ ਕਰਨੀ ਲੁੱਟ ਖੋਹ ਹੈ ਜਾਂ ਜਿਹਨੇ ਮਾੜਾ ਕੰਮ ਕਰਨਾ ਹੈ ਉਹਨੂੰ ਤਾਂ ਲਾਇਸੈਂਸੀ ਹਥਿਆਰ ਲੈਣ ਦੀ ਲੋੜ ਹੀ ਨਹੀਂ ਹੈ। ਇਸ ਕਰਕੇ ਉਹ ਇਹੋ ਜਿਹਾ ਕੰਮ ਉਹ ਕਰਦੇ ਨੇ। ਇਹ ਹੁਣ ਕੱਲ੍ਹ ਦੀ ਗੱਲ ਹੈ, ਕੱਲ੍ਹ ਦੁਪਹਿਰ ਵੇਲੇ ਦੀ, ਕੋਈ ਇਹ ਰਾਤ ਦੀ ਗੱਲ ਨਹੀਂ, ਕੋਈ ਸ਼ਾਮ ਦੀ ਗੱਲ ਨਹੀਂ, ਇਹ ਸਿਖਰ ਦੁਪਹਿਰ ਦੀ ਗੱਲ ਹੈ, ਜਿਸ ਵੇਲੇ 4 ਹਥਿਆਰਬੰਦ ਲੁਟੇਰੇ ਜਿਹੜੇ ਨੇ ਉਹ ਡੇਰਾ ਬੱਸੀ ਦੇ ਪ੍ਰੋਪਰਟੀ ਡੀਲਰ ਹਰਜੀਤ ਨਾਗਪਾਲ ਦੇ ਦਫ਼ਤਰ ਵਿੱਚ ਆਏ ਨੇ। ਹਰਜੀਤ ਨਾਗਪਾਲ ਨੇ ਆਪਣੀ ਇੱਕ ਨਿੱਜੀ ਜਾਇਦਾਦ ਦਾ ਸੌਦਾ ਕੀਤਾ ਸੀ ਅਤੇ ਜਿਸ ਬੰਦੇ ਨਾਲ ਸੌਦਾ ਕੀਤਾ ਸੀ ਉਹ ਉਸ ਨੂੰ 1 ਕਰੋੜ ਰੁਪਇਆ ਨਕਦ ਦੇਣ ਆਇਆ। ਕਿੰਨੇ 'ਚ ਸੌਦਾ ਹੋਇਆ, ਕਿੰਨਾ ਪਹਿਲਾਂ ਲਿਆ ਸੀ, ਇਹਦੇ ਵੇਰਵੇ ਨਹੀਂ ਮਿਲੇ, ਸਿਰਫ ਕੱਲ੍ਹ ਉਹ 1 ਕਰੋੜ ਰੁਪਇਆ ਦੇਣ ਆਇਆ ਸੀ। ਔਰ ਇਸ ਦੀ ਇਨਫੋਰਮੇਸ਼ਨ ਪੱਕੀ ਗੱਲ ਹੈ ਕਿ ਲੁਟੇਰਿਆਂ ਨੂੰ ਹੋਵੇਗੀ ਜੀ ਕਿ ਉਹਨਾਂ ਦੇ ਕੋਲ ਅੱਜ ਪੈਸਾ ਆ ਰਿਹਾ ਹੈ। ਲੁਟੇਰੇ ਇਸ ਆੜ ਦੇ ਵਿੱਚ ਉੱਥੇ ਚਲੇ ਗਏ ਕਿਉਂਕਿ ਪ੍ਰਾਪਰਟੀ ਡੀਲਰ ਦੇ ਕੋਲ ਲੋਕ ਜ਼ਮੀਨਾਂ ਲੈਣ ਲਈ, ਵੇਚਣ ਲਈ, ਇਸ ਤਰ੍ਹਾਂ ਦੇ ਕਾਰੋਬਾਰ ਵਿੱਚ ਵਾਸਤੇ ਲੋਕ ਆਉਂਦੇ ਜਾਂਦੇ ਰਹਿੰਦੇ ਸੀ। ਔਰ ਉਸਨੇ ਵੀ ਇਹ ਸੋਚਿਆ ਕਿ ਸ਼ਾਇਦ ਇਹ ਕੋਈ ਉਹੋ ਜਿਹੇ ਲੋਕ ਨੇ ਜਿਹੜੇ ਕੋਈ ਪ੍ਰਾਪਰਟੀ ਬਾਰੇ ਗੱਲਬਾਤ ਕਰਨ ਲਈ ਆਏ ਨੇ। ਪਰ ਜਦੋਂ ਉਹਨਾਂ ਨੇ ਮੌਕਾ ਦੇਖਿਆ ਕਿ ਹੁਣ ਠੀਕ ਹੈ ਪੈਸੇ ਇਹਦੇ ਕੋਲ ਆ ਗਏ ਨੇ, ਉਹਨਾਂ ਨੇ ਗਨ ਪੁਆਇੰਟ ਦੇ ਉੱਤੇ ਉਸ ਦੇ ਕੋਲੋਂ ਪੈਸਾ ਖੋਹ ਲਿਆ। ਜਦੋਂ ਪੈਸਾ ਖੋਹ ਕੇ ਉਹ ਲੁਟੇਰੇ 2 ਬਾਈਕ ਦੇ ਉੱਤੇ ਭੱਜੇ ਤਾਂ ਉੱਥੇ ਰੌਲਾ ਪੈ ਗਿਆ, ਹੰਗਾਮਾ ਹੋਇਆ ਅਤੇ ਬਾਹਰ ਖੜ੍ਹੇ ਕੁਛ ਰੇਹੜੀਆਂ ਵਾਲੇ ਸੀ ਜਿਨ੍ਹਾਂ ਨੇ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਔਰ ਫਿਰ ਉਹਨਾਂ ਨੇ ਗੋਲੀਆਂ ਚਲਾਈਆਂ, ਜਿਹਦੇ ਵਿੱਚੋਂ ਇੱਕ ਰੇਹੜੀ ਵਾਲੇ ਨੂੰ ਗੋਲੀ ਲੱਗੀ। 2 ਫਾਇਰ ਕੀਤੇ ਉਹਨਾਂ ਨੇ, 1 ਗੋਲੀ ਲੱਗੀ ਰੇਹੜੀ ਵਾਲੇ ਨੂੰ, ਉਹਦੀ ਹਾਲਤ ਬਹੁਤ ਗੰਭੀਰ ਹੈ। ਪਹਿਲਾਂ ਉਸ ਨੂੰ ਡੇਰਾ ਬੱਸੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਫਿਰ ਉਹਨੂੰ ਅੱਗੇ ਕਿਸੇ ਵੱਡੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਔਰ ਉਹਦੀ ਸਥਿਤੀ ਜਿਹੜੀ ਆ ਉਹ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਲੁਟੇਰੇ ਜਿਹੜੇ ਸੀ ਉਹ ਫਿਰ ਕਿਸੇ ਹੋਰ ਦਾ ਇੱਕ ਬਾਈਕ ਖੋਹ ਕੇ ਅਤੇ ਉੱਥੋਂ ਵੱਖ-ਵੱਖ ਦਿਸ਼ਾਵਾਂ ਦੇ ਵਿੱਚ ਫਰਾਰ ਹੋ ਗਏ। ਇੰਨੀ ਕੁ ਹੀ ਜਾਣਕਾਰੀ ਹੈ, ਇਹਦੇ ਤੋਂ ਅੱਗੇ ਅਜੇ ਤੱਕ ਪੁਲਿਸ ਦੇ ਹੱਥ ਪੱਲੇ ਵੀ ਕੁਛ ਨਹੀਂ ਲੱਗਿਆ ਅਤੇ ਨਾ ਉਹ 1 ਕਰੋੜ ਰੁਪਈਏ ਦਾ ਕੁਛ ਪਤਾ ਲੱਗਿਆ। ਮਤਲਬ ਇਸ ਤਰ੍ਹਾਂ ਦੀਆਂ ਲੁੱਟਾਂ ਖੋਹਾਂ ਜੇ ਪੰਜਾਬ ਦੇ ਵਿੱਚ ਹੁਣ ਸ਼ਰੇਆਮ ਜਿਹੜੀਆਂ ਉਹ ਹੋਣ ਲੱਗ ਪਈਆਂ ਨੇ, ਜਿਹਦੇ ਕਰਕੇ ਆਮ ਲੋਕ ਨੇ ਜਿਹੜੇ, ਸਧਾਰਨ ਲੋਕ ਨੇ, ਸਧਾਰਨ ਨਾਗਰਿਕ ਨੇ ਜਿਹੜੇ, ਉਹ ਬੜੇ ਭੈ ਦੇ, ਖੌਫ ਦੇ ਮਾਹੌਲ ਵਿੱਚ ਜੀ ਰਹੇ ਨੇ। ਹਰ ਕੋਈ ਡਰ ਡਰ ਕੇ ਆਪਣੇ ਘਰੋਂ ਬਾਹਰ ਨਿਕਲਦਾ ਕਿ ਕਿੱਥੇ ਕੀ ਲੁੱਟ ਹੋ ਜਾਏ, ਕਿੱਥੇ ਗੋਲੀ ਚੱਲ ਜਾਏ, ਕਿੱਥੇ ਕੀ ਹੋ ਜਾਵੇ, ਇਸ ਤਰ੍ਹਾਂ ਦਾ ਕੁਛ ਨਹੀਂ ਪਤਾ। ਇਸ ਕਰਕੇ ਹੀ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਸਰਕਾਰ ਦੇ ਉੱਤੇ ਨਿਸ਼ਾਨਾ ਲਾ ਰਹੀਆਂ ਨੇ ਕਿ ਇਹ ਸਰਕਾਰ ਜਿਹੜੀ ਹੈ ਇਹ ਪੰਜਾਬ ਨੂੰ ਸੰਭਾਲਣ ਦੇ ਵਿੱਚ ਕਾਮਯਾਬ ਨਹੀਂ ਹੋਈ, ਲਾ ਐਂਡ ਆਰਡਰ ਦੀ ਸਥਿਤੀ ਨੂੰ ਬਹਾਲ ਕਰਨ ਵਿੱਚ ਵੀ ਕਾਮਯਾਬ ਨਹੀਂ ਹੋਈ। ਸੰਧੂ ਸਾਹਿਬ, ਨਵਜੋਤ ਸਿੱਧੂ ਨੂੰ PGI ਤੋਂ ਛੁੱਟੀ ਮਿਲ ਗਈ ਤੇ ਉਹ ਵਾਪਸ ਜੇਲ੍ਹ ਪਹੁੰਚ ਗਏ ਨੇ ਤੇ ਹਰਸਿਮਰਤ ਕੌਰ ਬਾਦਲ ਵੀ ਉਸੇ ਜੇਲ੍ਹ ਪਹੁੰਚੇ ਕਿਉਂਕਿ ਉਹਨਾਂ ਦੇ ਭਰਾ ਬਿਕਰਮ ਮਜੀਠੀਆ ਵੀ ਉੱਥੇ ਹੀ ਨੇ। ਨਵਜੋਤ ਸਿੱਧੂ ਦੀ ਪਿਛਲੇ ਦਿਨੀ ਕੁਝ ਤਬੀਅਤ ਖਰਾਬ ਹੋਈ ਸੀ। ਹਾਲਾਂਕਿ ਜਦੋਂ ਉਹਨਾਂ ਨੇ ਸਰੈਂਡਰ ਕੀਤਾ ਸੀ ਰੋਡ ਰੇਜ ਮਾਮਲੇ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੂੰ ਸੁਪਰੀਮ ਕੋਰਟ ਵੱਲੋਂ 1 ਸਾਲ ਬਾਮਸ਼ੱਕਤ ਕੈਦ ਦੀ ਸਜ਼ਾ ਸੁਣਾਈ ਗਈ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਚਾਰਾਜੋਈ ਕੀਤੀ ਪਰ ਕੋਈ ਗੱਲ ਨਹੀਂ ਬਣੀ, ਜਿਸ ਕਰਕੇ ਉਹਨਾਂ ਨੂੰ ਸਰੈਂਡਰ ਕਰਨਾ ਪਿਆ। ਅਤੇ ਸਰੈਂਡਰ ਕਰਨ ਵੇਲੇ ਹੀ ਨਵਜੋਤ ਸਿੱਧੂ ਨੇ ਗੱਲ ਕਹੀ ਸੀ ਕਿ ਮੇਰੀ ਸਿਹਤ ਠੀਕ ਨਹੀਂ ਹੈ। ਪਹਿਲਾਂ ਤਾਂ ਉਹਨਾਂ ਨੇ ਇਜਾਜ਼ਤ ਵੀ ਮੰਗੀ ਸੀ ਅਦਾਲਤ ਕੋਲੋਂ ਕਿ ਮੈਨੂੰ 10 ਦਿਨ ਦਾ ਸਮਾਂ ਦਿੱਤਾ ਜਾਵੇ, ਪਰ ਅਦਾਲਤ ਨੇ ਉਹਨਾਂ ਨੂੰ ਸਮਾਂ ਨਹੀਂ ਦਿੱਤਾ, ਇਸ ਕਰਕੇ ਉਹਨਾਂ ਨੂੰ ਸਰੈਂਡਰ ਕਰਨਾ ਪਿਆ। ਫਿਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਮੈਂ ਜੇਲ੍ਹ ਦੀ ਰੋਟੀ ਨਹੀਂ ਖਾ ਸਕਦਾ, ਮੈਨੂੰ ਉਹਦੇ ਲਈ ਸਪੈਸ਼ਲ ਡਾਈਟ ਦਿੱਤੀ ਜਾਵੇ। ਅਦਾਲਤ ਨੇ ਇਸ ਸੰਬੰਧ ਵਿੱਚ ਵੀ ਕੁਛ ਨਹੀਂ ਕੀਤਾ। ਪਰ ਜਦੋਂ ਉਹ ਜੇਲ੍ਹ 'ਚ ਪਹੁੰਚ ਗਿਆ ਤਾਂ ਉਸਨੇ ਉੱਥੇ ਜਿਹੜੀ ਸਧਾਰਨ ਉੱਥੇ ਜੇਲ੍ਹ 'ਚ ਜੋ ਰੋਟੀ ਮਿਲਦੀ ਹੈ ਆਮ ਕੈਦੀਆਂ ਨੂੰ, ਉਹ ਖਾਣ ਤੋਂ ਨਾਂਹ ਕਰ ਦਿੱਤੀ। ਤਾਂ ਫਿਰ ਉਸ ਤੋਂ ਬਾਅਦ ਉਸਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਜਾਂਚ ਲਈ ਭੇਜਿਆ ਗਿਆ, ਜਿੱਥੇ ਦੇ ਡਾਕਟਰਾਂ ਨੇ ਜਾਂਚ ਕੀਤੀ। ਜਾਂਚ ਕਰਕੇ ਉਹਨਾਂ ਨੇ ਸਿਫਾਰਿਸ਼ ਕੀਤੀ ਕਿ ਵਾਕਿਆ ਹੀ ਇਸ ਨੂੰ ਬੜੀ ਗੰਭੀਰ ਬਿਮਾਰੀ ਹੈ ਅਤੇ ਇਸ ਨੂੰ ਉਹ ਖੁਰਾਕ ਨਹੀਂ ਦਿੱਤੀ ਜਾ ਸਕਦੀ ਜਿਹੜੀ ਆਮ ਲੋਕ ਖਾਂਦੇ ਨੇ, ਇਹਨੂੰ ਵਿਸ਼ੇਸ਼ ਖੁਰਾਕ ਦਿੱਤੀ ਜਾਣੀ। ਉਹ ਖੁਰਾਕ ਉਸ ਨੂੰ ਦਿੱਤੀ ਜਾਂਦੀ ਰਹੀ, ਜੇਲ੍ਹ ਪ੍ਰਸ਼ਾਸਨ ਮੁਹੱਈਆ ਕਰਵਾਉਂਦਾ ਰਿਹਾ। ਹੁਣ ਉਹਦੇ ਪੈਸੇ ਜੇਲ੍ਹ ਪ੍ਰਸ਼ਾਸਨ ਦਿੰਦਾ ਕਿ ਸਿੱਧੂ ਸਾਹਿਬ ਆਪ ਦਿੰਦੇ ਨੇ, ਇਹ ਇੱਕ ਵੱਖਰੀ ਗੱਲ ਹੈ। ਪਰ ਉਹ ਖੁਰਾਕ ਮਿਲਣ ਦੇ ਬਾਵਜੂਦ ਉਹਨਾਂ ਦੀ ਤਬੀਅਤ ਇੰਨੀ ਜ਼ਿਆਦਾ ਖਰਾਬ ਹੋ ਗਈ ਕਿ ਉਹਨਾਂ ਨੂੰ ਫਿਰ PGI ਜਾਣਾ ਪਿਆ। PGI ਦੇ ਵਿੱਚ ਜਦੋਂ ਉਹਨਾਂ ਦੀ ਜਾਂਚ ਕੀਤੀ, ਟੈਸਟ ਕੀਤੇ, ਤਾਂ PGI ਵਾਲਿਆਂ ਨੇ ਉਸ ਨੂੰ ਇੱਕ ਗੰਭੀਰ ਸਮੱਸਿਆ ਸਮਝ ਕੇ ਦਾਖਲ ਕਰ ਲਿਆ। ਕੁਛ ਦਿਨ ਉਹ ਜੇਰੇ ਇਲਾਜ ਰਹੇ, ਅੰਡਰ ਆਬਜ਼ਰਵੇਸ਼ਨ ਰਹੇ ਅਤੇ ਹੁਣ
ਉਹਨਾਂ ਨੂੰ PGI ਦਾ ਜਿਹੜਾ ਪ੍ਰਸ਼ਾਸਨ ਹੈ ਔਰ ਡਾਕਟਰਾਂ ਦੀ ਟੀਮ ਹੈ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਬਿਲਕੁਲ ਠੀਕ ਹੋ ਅਤੇ ਹੁਣ ਤੁਸੀਂ ਜਾ ਸਕਦੇ ਹੋ। ਫਿਰ ਜਦੋਂ PGI ਤੋਂ ਛੁੱਟੀ ਮਿਲਣੀ ਸੀ ਤਾਂ ਸਿੱਧੂ ਸਾਹਿਬ ਨੂੰ ਵਾਪਸ ਉੱਥੇ ਹੀ ਆਉਣਾ ਪੈਣਾ, ਜੇਲ੍ਹ ਦੇ ਵਿੱਚ ਹੀ, ਕਿਉਂਕਿ ਉਹਨਾਂ ਨੇ ਆਪਣੀ ਸਜ਼ਾ ਪੂਰੀ ਕਰਨੀ ਹੈ ਜਿਹੜੀ ਉਹਨਾਂ ਨੂੰ 1 ਸਾਲ ਦੀ ਸਜ਼ਾ ਮਿਲੀ ਹੋਈ ਹੈ। ਇਹਦੇ ਵਿੱਚ ਅਜੇ ਹਾਲ ਦੀ ਘੜੀ ਕੋਈ ਰਿਆਇਤ ਮਿਲਦੀ ਵੀ ਦਿਖਾਈ ਨਹੀਂ ਦੇ ਰਹੀ, ਇਹਦੇ ਵਿੱਚ ਕੋਈ ਪੈਰੋਲ ਦੀ ਵੀ ਅਜੇ ਕੋਈ ਸੰਭਾਵਨਾ ਨਹੀਂ। ਘੱਟੋ ਘੱਟ 3-4 ਮਹੀਨੇ ਤਾਂ ਉਹਨਾਂ ਨੂੰ ਗੁਜ਼ਾਰਨੇ ਪੈਣਗੇ, ਉਸ ਤੋਂ ਬਾਅਦ ਹੀ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਬਣ ਸਕਦੀ। ਔਰ ਇਸ ਨੂੰ ਵੀ ਆਪਾਂ ਇੱਕ ਇਤਫਾਕ ਸਮਝ ਸਕਦੇ ਹਾਂ ਕਿ ਉਸੇ ਜੇਲ੍ਹ ਦੇ ਵਿੱਚ ਜਿੱਥੇ ਨਵਜੋਤ ਸਿੱਧੂ ਨੇ ਉੱਥੇ ਹੀ ਬਿਕਰਮ ਮਜੀਠੀਆ ਵੀ ਬੰਦ ਨੇ। ਇਹ ਆਪਸ ਵਿੱਚ ਦੋਵੇਂ ਇੱਕ ਦੂਜੇ ਦੇ ਕੱਟੜ ਵਿਰੋਧੀ ਨੇ। ਬਿਕਰਮ ਮਜੀਠੀਆ ਦੇ ਉੱਤੇ ਨਵਜੋਤ ਸਿੱਧੂ ਵੱਲੋਂ ਸ਼ਰੇਆਮ ਦੋਸ਼ ਲਾਏ ਜਾਂਦੇ ਰਹੇ ਕਿ ਉਹ ਨਸ਼ਿਆਂ ਦਾ ਕਾਰੋਬਾਰ ਕਰਦਾ ਹੈ, ਨਸ਼ਿਆਂ ਦੇ ਵਿੱਚ ਉਸ ਦਾ ਨਾਮ ਹੈ, ਪਰ ਸਰਕਾਰ ਨੇ ਕੋਈ ਉਸ ਦੇ ਖਿਲਾਫ ਕਾਰਵਾਈ ਨਹੀਂ ਕੀਤੀ। ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਆਈ ਤਾਂ ਉਦੋਂ ਬਿਕਰਮ ਮਜੀਠੀਆ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ, ਇਸ ਕਰਕੇ ਉਹ ਜੇਲ੍ਹ 'ਚ ਹੈ। ਉਸਨੇ ਆਪਣੀ ਜ਼ਮਾਨਤ ਕਰਾਉਣ ਲਈ ਹਾਈ ਕੋਰਟ, ਲੋਅਰ ਕੋਰਟ, ਸੁਪਰੀਮ ਕੋਰਟ ਸਾਰੀਆਂ ਥਾਵਾਂ ਦੇ ਉੱਤੇ ਚਾਰਾਜੋਈ ਕਰਕੇ ਵੇਖ ਲਈ ਹੈ, ਪਰ ਉਸ ਨੂੰ ਜ਼ਮਾਨਤ ਨਹੀਂ ਮਿਲੀ। ਇਸ ਕਰਕੇ ਉਸ ਨੂੰ ਵੀ ਹੁਣ ਮੁਕੱਦਮੇ ਦਾ ਫੈਸਲਾ ਹੋਣ ਤੱਕ ਸ਼ਾਇਦ ਜੇਲ੍ਹ ਵਿੱਚ ਰਹਿ ਕੇ ਹੀ ਇਹਦਾ ਇੰਤਜ਼ਾਰ ਕਰਨਾ ਪਏਗਾ। ਇਸ ਦੌਰਾਨ ਇੱਕ ਮਸਲਾ ਹੋਰ ਸਾਹਮਣੇ ਆਇਆ ਵਾਸੂ ਜੀ, ਜਿਹਦੇ ਵਿੱਚ ਇਹ ਗੱਲ ਉਠਾਈ ਗਈ ਵਾਰ-ਵਾਰ ਕਿ ਬਿਕਰਮ ਮਜੀਠੀਆ ਦੀ ਜਾਨ ਨੂੰ ਖਤਰਾ ਹੈ ਜੇਲ੍ਹ ਦੇ ਵਿੱਚ। ਉਹਨਾਂ ਦੇ ਉੱਤੇ ਕੋਈ ਹੋਰ ਕੇਸ ਵੀ ਪਾਇਆ ਜਾ ਸਕਦਾ ਹੈ ਅਤੇ ਉਹਨਾਂ ਦੀ ਜਾਨ ਜਿਹੜੀ ਹੈ ਉਹ ਵੀ ਸੰਕਟ ਦੇ ਵਿੱਚ ਕਿਸੇ ਵੇਲੇ ਫਸਾਈ ਜਾ ਸਕਦੀ ਹੈ। ਫਸ ਨਹੀਂ ਸਕਦੀ, ਫਸਾਈ ਜਾ ਸਕਦੀ ਹੈ। ਇਸ ਮਾਮਲੇ ਨੂੰ ਲੈ ਕੇ ਹੀ ਪਹਿਲਾਂ ਉਹਨਾਂ ਦੀ ਪਤਨੀ ਜਿਹੜੀ ਹੈ ਉਸਨੇ ਵੀ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਕਰਕੇ ਉਸਨੇ ਗਨੀਬ ਮਜੀਠੀਆ ਨੇ ਦੋਸ਼ ਲਾਏ। ਹੁਣ ਉਹਨਾਂ ਦੀ ਭੈਣ ਹਰਸਿਮਰਤ ਬਾਦਲ ਜਿਹੜੀ ਆ ਉਹ ਕੱਲ੍ਹ ਗਈ ਜੇਲ੍ਹ ਦੇ ਵਿੱਚ, ਉਸਨੇ ਮੁਲਾਕਾਤ ਕੀਤੀ। ਉਸਨੇ ਵੀ ਇਹ ਦੋਸ਼ ਲਾਏ ਨੇ ਕਿ ਮੇਰੇ ਭਰਾ ਨੂੰ ਉੱਥੇ ਖਤਰਾ ਹੈ। ਜਿਹੜਾ ADGP ਜੇਲ੍ਹਾਂ ਲਾਇਆ ਗਿਆ ਹਰਪ੍ਰੀਤ ਸਿੱਧੂ, ਉਹਦੇ ਨਾਲ ਦੱਸਿਆ ਜਾ ਰਿਹਾ ਕਿ ਸਾਡੀ ਪਰਿਵਾਰਕ ਦੁਸ਼ਮਣੀ ਹੈ ਔਰ ਉਹ ਆਪਣੀ ਪਰਿਵਾਰਕ ਦੁਸ਼ਮਣੀ ਕੱਢਣ ਵਾਸਤੇ ਮਜੀਠੀਆ ਦੇ ਉੱਤੇ ਕੋਈ ਝੂਠਾ ਕੇਸ ਫਸਾ ਸਕਦਾ ਹੈ। ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਵੀ ਝੂਠੇ ਕੇਸ ਦੇ ਵਿੱਚ ਹੀ ਬਿਕਰਮ ਨੂੰ ਫਸਾਇਆ। ਦੂਜੀ ਗੱਲ ਉਹਨਾਂ ਨੇ ਇਹ ਵੀ ਕਹੀ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਦੀ ਵੀ ਬਿਕਰਮ ਦੇ ਨਾਲ ਖੁੰਦਕ ਹੈ, ਕਿਉਂਕਿ ਜਦੋਂ ਬਿਕਰਮ ਦੇ ਉੱਤੇ ਦੋਸ਼ ਲਾਏ ਸੀਗੇ ਅਰਵਿੰਦ ਕੇਜਰੀਵਾਲ ਨੇ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਮਾफ़ੀ ਮੰਗਣੀ ਪਈ ਸੀ ਉਸ ਮਾਮਲੇ ਦੇ ਵਿੱਚ, ਔਰ ਮਾफ़ੀ ਮੰਗ ਕੇ ਉਹਨਾਂ ਨੇ ਜਾਨ ਛਡਾਈ ਸੀ। ਹੁਣ ਸ਼ਾਇਦ ਇਸ ਵੇਲੇ ਅਰਵਿੰਦ ਕੇਜਰੀਵਾਲ ਨੂੰ ਲੱਗਦਾ ਹੋਏ ਕਿ ਸਾਡਾ ਹੱਥ ਉੱਪਰ ਹੈ ਅਤੇ ਜਿਹੜੀ ਉਸ ਵੇਲੇ ਬੇਇੱਜ਼ਤੀ ਹੋਈ ਸੀ, ਜ਼ਲਾਲਤ ਸਹਿਣ ਕਰਨੀ ਪਈ ਸੀ, ਉਸ ਦਾ ਬਦਲਾ ਲਿਆ ਜਾ ਸਕਦਾ ਹੈ। ਤੋ ਇਹ 2-3 ਗੱਲਾਂ ਜਿਹੜੀਆਂ ਨੇ ਰਲਾ ਕੇ ਕਿ ਸਰਕਾਰ ਜਿਹੜੀ ਹੈ ਉਹ ਵੀ ਉਸ ਦੀ ਦੁਸ਼ਮਣ ਹੈ। ਆਮ ਆਦਮੀ ਪਾਰਟੀ ਦੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਉਸ ਨੂੰ ਫਸਾ ਦਿੱਤਾ। ਹੁਣ ਜਿਹੜਾ ਜੇਲ੍ਹਾਂ ਦਾ ADGP ਹੈ ਹਰਪ੍ਰੀਤ ਸਿੱਧੂ, ਉਹ ਵੀ ਉਹਨਾਂ ਦੇ ਨਾਲ ਕਿੜ ਕੱਢਣੀ ਚਾਹੁੰਦਾ ਹੈ, ਕਿਉਂਕਿ ਉਹਨਾਂ ਦੇ ਨਾਲ ਉਹਨਾਂ ਦੀ ਕਾਫੀ ਦੁਸ਼ਮਣੀ ਚੱਲੀ ਆ ਰਹੀ ਹੈ। ਕੋਈ ਇੱਕ ਔਰਤ ਦਾ ਕਤਲ ਹੋਇਆ ਸੀ, ਉਹ ਵੀ ਜਿਹੜਾ ਸਾਰਾ ਇਲਜ਼ਾਮ ਮਜੀਠੀਆ ਪਰਿਵਾਰ ਦੇ ਉੱਤੇ ਲਾਇਆ ਗਿਆ ਸੀ। ਹਰਪ੍ਰੀਤ ਸਿੱਧੂ ਦੇ ਪਰਿਵਾਰ ਵਿੱਚ ਕਿਸੇ ਔਰਤ ਦਾ ਕਤਲ ਹੋਇਆ ਸੀ। ਸੋ ਇਸ ਕਰਕੇ ਕੱਲ੍ਹ ਹਰਸਿਮਰਤ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਔਰ ਮੁਲਾਕਾਤ ਕਰਕੇ ਉਹਨਾਂ ਨੇ ਇਹ ਗੱਲ ਸਰਕਾਰ ਦੇ ਸਾਹਮਣੇ ਉਠਾਈ ਹੈ ਕਿ ਮੇਰੇ ਭਰਾ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਔਰ ADGP ਜਿਹੜਾ ਹੈ ਹਰਪ੍ਰੀਤ ਸਿੱਧੂ ਉਸ ਨੂੰ ਤੁਰੰਤ ਬਦਲ ਕੇ ਇੱਥੋਂ ਕਿਸੇ ਹੋਰ ਅਫਸਰ ਦੀ ਇੱਥੇ ਡਿਊਟੀ ਲਾਈ ਜਾਵੇ। ਇਸ ਨੂੰ ਕਿਸੇ ਸਕੀਮ ਦੇ ਤਹਿਤ, ਯੋਜਨਾ ਦੇ ਤਹਿਤ ਹੀ ਇੱਥੇ ਦਾ ਇਹ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ ਹਰਪ੍ਰੀਤ ਸਿੱਧੂ ਨੂੰ, ਅਤੇ ਇਸ ਕਰਕੇ ਮੇਰੇ ਭਰਾ ਦੀ ਜਾਨ ਨੂੰ ਇਸ ਬੰਦੇ ਤੋਂ ਖਤਰਾ, ਇਸ ਨੂੰ ਇੱਥੋਂ ਬਦਲਿਆ ਜਾਵੇ। ਜੀ ਸੰਧੂ ਸਾਹਿਬ, ਪੰਜਾਬ ਦੇ ਵਿੱਚ ਬਿਜਲੀ ਸੰਕਟ ਅਜੇ ਵੀ ਬਣਿਆ ਹੋਇਆ ਤੇ ਫਾਜ਼ਿਲਕਾ ਦੇ ਕਈ ਇਲਾਕਿਆਂ ਦੇ ਵਿੱਚ ਸੁਣਨ 'ਚ ਆ ਰਿਹਾ ਕਿ 12-12 ਘੰਟੇ ਦੇ ਬਿਜਲੀ ਕੱਟ ਲੱਗ ਰਹੇ ਨੇ। 7-7 ਘੰਟੇ ਦੇ ਕੱਟ ਤਾਂ ਵਾਸੂ ਜੀ ਜਲੰਧਰ 'ਚ ਵੀ ਲੱਗ ਰਹੇ ਨੇ, ਕਿਤੇ 5 ਘੰਟੇ ਦੇ ਲੱਗ ਰਹੇ ਨੇ, ਕਿਤੇ 8 ਘੰਟੇ ਦੇ ਲੱਗ ਰਹੇ ਨੇ। ਫਾਜ਼ਿਲਕਾ ਦੇ ਵਿੱਚ 12 ਘੰਟੇ ਦੇ ਕੱਟ ਲੱਗੇ ਨੇ। ਅਜੇ ਵੀ ਇਹ ਕੱਟ ਜਿਹੜੇ ਲਗਾਤਾਰ ਜਾਰੀ ਨੇ। ਕਿਸੇ ਵੇਲੇ ਕਦੋਂ ਬਿਜਲੀ ਚਲੀ ਜਾਵੇ ਇਸ ਚੀਜ਼ ਦਾ ਕੋਈ ਪਤਾ ਹੀ ਨਹੀਂ ਹੁੰਦਾ ਕਿ ਕਦੋਂ ਚਲੀ ਜਾਵੇ ਅਤੇ ਕਦੋਂ ਆ ਜਾਵੇ, ਕਿਉਂਕਿ ਜਿੰਨੀ ਸਪਲਾਈ ਚਾਹੀਦੀ ਹੈ, ਜਿੰਨੀ ਮੰਗ ਹੈ ਬਿਜਲੀ ਦੀ, ਉਨੀ ਸਪਲਾਈ ਦਿੱਤੀ ਨਹੀਂ ਜਾ ਰਹੀ ਸਰਕਾਰ ਕੋਲੋਂ। ਥਰਮਲ ਪਲਾਂਟ ਜਿਹੜੇ ਨੇ ਉਹ ਘਿਸੜ ਕੇ ਚੱਲ ਰਹੇ ਨੇ। ਕਦੀ ਉਹਨਾਂ ਦਾ 1 ਯੂਨਿਟ ਬੰਦ ਹੋ ਜਾਂਦਾ, ਕਦੀ 2 ਯੂਨਿਟ ਬੰਦ ਹੋ ਜਾਂਦੇ ਨੇ, ਕਦੀ 3 ਬੰਦ ਹੋ ਜਾਂਦੇ ਨੇ। 2-2, 3-3 ਥਰਮਲ ਪਲਾਂਟ ਮਿਲ ਕੇ ਵੀ ਇੱਕ ਥਰਮਲ ਪਲਾਂਟ ਜਿੰਨਾ ਪ੍ਰੋਡਕਸ਼ਨ ਜਿਹੜਾ ਹੈ ਉਹ ਨਹੀਂ ਕਰ ਰਹੇ। ਉੱਤੋਂ ਹੁਣ 10 ਜੂਨ ਤੋਂ, ਕੱਲ੍ਹ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ ਕੁਛ ਜ਼ਿਲ੍ਹਿਆਂ ਦੇ ਵਿੱਚ ਜੀ,
ਹਜੇ ਕਿ ਪੰਜਾਬ ਨੂੰ 3 ਜ਼ੋਨਾਂ ਦੇ ਵਿੱਚ ਵੰਡਿਆ ਗਿਆ। ਕੁਛ ਦੇ ਵਿੱਚ 10 ਨੂੰ ਝੋਨੇ ਦੀ ਲਵਾਈ ਸ਼ੁਰੂ ਹੋਈ ਹੈ, ਕੁਛ 14 ਨੂੰ ਹੋਣੀ ਹੈ, ਕੁਛ ਜ਼ਿਲ੍ਹਿਆਂ ਦੇ ਵਿੱਚ 17 ਨੂੰ ਲਵਾਈ ਸ਼ੁਰੂ ਹੋਣੀ ਹੈ। ਪਰ 10 ਤੋਂ 17 ਵਿੱਚ ਵੀ ਇੱਕ ਹਫ਼ਤੇ ਦਾ ਵਕਫਾ ਹੈ ਸਾਰਾ। ਇਹਦਾ ਮਤਲਬ 17 ਨੂੰ ਤਾਂ ਸਾਰੇ ਪੰਜਾਬ 'ਚ ਜਿਹੜੀ ਲਵਾਈ ਹੈ ਉਹ ਸ਼ੁਰੂ ਹੋ ਜਾਣੀ ਹੈ ਜੀ। ਉਸ ਤੋਂ ਪਹਿਲਾਂ ਵੀ 10 ਤਰੀਕ ਨੂੰ ਵੀ ਕਾਫੀ ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਹੋ ਗਈ। ਉਹਦੇ ਵਾਸਤੇ ਵੀ ਬਿਜਲੀ ਚਾਹੀਦੀ ਹੈ। ਕਿਸਾਨ ਜਿਹੜੇ ਨੇ ਉਹ ਹਾਹਾਕਾਰ ਕਰ ਰਹੇ ਨੇ, ਬਿਜਲੀ ਦਫ਼ਤਰਾਂ ਅੱਗੇ ਪ੍ਰਦਰਸ਼ਨ ਕਰ ਰਹੇ ਨੇ, ਮੁਜ਼ਾਹਰੇ ਕਰ ਰਹੇ ਨੇ ਕਿ ਸਾਨੂੰ 8 ਘੰਟੇ ਨਿਰਵਿਘਨ ਬਿਜਲੀ ਜਿਹੜੀ ਹੈ ਰੋਜ਼ ਦਿੱਤੀ ਜਾਵੇ। ਔਰ ਜਿਹੜਾ PSPCL ਹੈ, ਜਿਹੜਾ ਬਿਜਲੀ ਮਹਿਕਮਾ ਸਰਕਾਰ ਦਾ, ਪੰਜਾਬ ਸਰਕਾਰ ਦਾ, ਉਹਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਨੇ ਅਤੇ ਚੇਅਰਮੈਨ ਨੇ ਬਲਦੇਵ ਸਿੰਘ ਸਰਾਂ, ਉਹ ਇਹ ਕਹਿ ਰਹੇ ਨੇ ਕਿ ਅਸੀਂ ਤਾਂ ਸਾਰੇ ਪ੍ਰਬੰਧ ਪੂਰੇ ਕਰ ਲਏ ਨੇ, ਸਾਡੀ ਪੂਰੀ ਤਿਆਰੀ ਹੈ ਝੋਨੇ ਦੇ ਸੀਜ਼ਨ ਵਾਸਤੇ ਬਿਜਲੀ ਦੇਣ ਦੀ। ਅਸੀਂ ਜਿਹੜੀ ਬਿਜਲੀ ਆ ਉਹ ਬਾਹਰੋਂ ਵੀ ਖਰੀਦ ਰਹੇ ਹਾਂ, ਅਸੀਂ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦੇਵਾਂਗੇ। ਪਰ ਸਵਾਲ ਇਹ ਹੈ ਕਿ ਨਾ ਤਾਂ ਇੰਡਸਟਰੀ ਨੂੰ ਬਿਜਲੀ ਰੈਗੂਲਰ ਮਿਲ ਰਹੀ ਹੈ, ਇੰਡਸਟਰੀ ਵੀ ਜਿਹੜੀ ਵਾਰ-ਵਾਰ ਸ਼ੱਟ ਹੋ ਰਹੀ ਹੈ, ਨਾ ਘਰਾਂ ਦੇ ਵਿੱਚ ਬਿਜਲੀ ਮਿਲ ਰਹੀ ਹੈ। ਹੁਣ ਜਿਹੜੇ ਪਿੰਡਾਂ ਦੇ ਵਿੱਚ 12-12 ਘੰਟੇ ਬਿਜਲੀ ਨਹੀਂ ਗਈ, ਤੁਸੀਂ ਉਹਨਾਂ ਦੀ ਸਥਿਤੀ ਆਪੇ ਸਮਝ ਸਕਦੇ ਹੋ ਕਿ ਉਹਨਾਂ ਦੀ ਸਥਿਤੀ ਕੀ ਹੈ ਜੀ। ਅਜੇ ਉਹ ਵੀ ਇਸ ਹਾਲਤ ਦੇ ਵਿੱਚ ਜਦੋਂ ਕਿ 45, 46, 47 ਡਿਗਰੀ ਤੱਕ ਟੈਂਪਰੇਚਰ ਪੰਜਾਬ ਦੇ ਵਿੱਚ ਚੱਲ ਰਿਹਾ ਹੈ। ਜਿਹੜੀ ਲੂਹ ਦੇਣ ਵਾਲੀ, ਝੁਲਸਾ ਦੇਣ ਵਾਲੀ ਗਰਮੀ ਹੈ, ਉਹਦੇ ਵਿੱਚ ਲੋਕਾਂ ਨੂੰ ਨਿਜਾਤ ਇਹੀ ਮਿਲਦੀ ਹੁੰਦੀ ਹੈ ਕਿ ਜੇ ਉਹ ਆਪਦੇ ਘਰ ਜਾਣ, ਛਾਵੇਂ ਬੈਠਣ, ਪੱਖਾ ਚਲਾ ਲੈਣ, ਕੂਲਰ ਚਲਾ ਲੈਣ, ਜੇ AC ਹੈਗਾ ਤਾਂ ਉਹ ਵੀ ਚਲਾ ਲੈਣ। ਪਰ ਜੇ ਬਿਜਲੀ ਨਹੀਂ ਆਈ ਤਾਂ ਕੁਛ ਵੀ ਨਹੀਂ ਚੱਲਣਾ। ਅਤੇ ਅੱਜ ਕੱਲ੍ਹ ਤਾਂ ਲੋਕਾਂ ਕੋਲ ਹੱਥਾਂ ਨਾਲ ਝੱਲਣ ਵਾਲੀਆਂ ਪੱਖੀਆਂ ਵੀ ਹੈ ਨਹੀਂ। ਸੋ ਬੜੀ ਮਾੜੀ ਸਥਿਤੀ ਬਣੀ ਹੈ। ਬਿਜਲੀ ਦਾ ਇੱਕ ਐਸਾ ਮੁੱਦਾ ਹੈ ਜਿਹਦੇ ਉੱਤੇ ਸਰਕਾਰ ਨੇ ਬਾਂਹ ਖੜੀ ਕਰਕੇ ਐਲਾਨ ਕੀਤਾ ਸੀ ਕਿ 24 ਘੰਟੇ ਬਿਜਲੀ ਦੇਵਾਂਗੇ। ਚੋਣ ਮੁਹਿੰਮ ਦੌਰਾਨ ਆਮ ਆਦਮੀ ਪਾਰਟੀ ਨੇ ਕਿਹਾ ਸੀ 24 ਘੰਟੇ ਬਿਜਲੀ ਦੇਵਾਂਗੇ ਨਿਰਵਿਘਨ, ਔਰ 300 ਯੂਨਿਟ ਜਿਹੜੀ ਆ ਉਹ ਹਰੇਕ ਘਰ ਨੂੰ ਫ੍ਰੀ ਦੇਵਾਂਗੇ। ਨਾ ਉਹ ਫ੍ਰੀ ਮਿਲੀ ਹੈ, ਨਾ ਰੈਗੂਲਰ ਮਿਲੀ ਹੈ, ਨਾ ਪੈਸਿਆਂ ਨਾਲ ਮਿਲੀ ਹੈ। ਅਤੇ ਆਉਣ ਵਾਲੇ ਦਿਨਾਂ ਵਿੱਚ ਇਹਦੀ ਸਥਿਤੀ ਕੀ ਹੋਵੇਗੀ ਉਹ ਇੱਥੋਂ ਹੀ ਪਤਾ ਲੱਗਦਾ ਹੈ ਕਿ ਕਿਸੇ ਪਲਾਂਟ ਕੋਲ 4 ਦਿਨ ਦਾ ਕੋਲਾ ਬਚਿਆ, ਕਿਸੇ ਕੋਲ 10 ਦਿਨ ਦਾ, ਕਿਸੇ ਕੋਲ 15 ਦਿਨ ਦਾ। ਹੁਣ ਉਹਨਾਂ ਨੂੰ ਡੰਗ ਬਣੇਗਾ, ਰੋਜ਼ ਦੀ ਰੋਜ਼ ਕੋਲੇ ਦੀ ਜੇ ਆਮਦਨ ਨਹੀਂ ਹੁੰਦੀ ਤਾਂ ਉਹਨਾਂ ਦੇ ਹੋਰ ਯੂਨਿਟ ਵੀ ਸ਼ੱਟ ਹੋ ਸਕਦੇ ਨੇ। ਜਦੋਂ ਜਿਹਦੇ ਕੋਲ 2 ਦਿਨ ਦਾ ਕੋਲਾ ਰਹਿ ਜਾਂਦਾ ਉਹ 2 ਯੂਨਿਟ ਆਪੇ ਹੀ ਬੰਦ ਕਰਕੇ 2 ਹੀ ਚਲਾਉਂਦੇ ਨੇ। ਜਿਹਦੇ ਕੋਲ ਹੋਰ ਘੱਟ ਜਾਂਦਾ ਉਹ 3 ਯੂਨਿਟ ਬੰਦ ਕਰਕੇ 1 ਹੀ ਚਲਾਉਂਦਾ ਹੈ। ਸੋ ਇਸ ਤਰ੍ਹਾਂ ਦੀ ਸਥਿਤੀ ਨਾਲ ਸਾਹਮਣਾ ਕਰ ਰਿਹਾ ਪੰਜਾਬ ਅੱਜ ਕੱਲ੍ਹ ਬਿਜਲੀ ਦੇ ਮਾਮਲੇ ਜੀ। ਸੰਧੂ ਸਾਹਿਬ, ਕਿਸਾਨ ਆਗੂਆਂ ਦਾ ਕਹਿਣਾ ਵੀ ਕੇਂਦਰ ਨੇ ਫਸਲਾਂ ਦੀਆਂ ਕੀਮਤਾਂ ਵਿੱਚ ਜਿਹੜਾ ਮਾਮੂਲੀ ਜਿਹਾ ਵਾਧਾ ਕੀਤਾ ਉਹ ਇੱਕ ਘਟੀਆ ਮਜ਼ਾਕ ਹੈ। ਬੜੇ ਸਾਲਾਂ ਤੋਂ ਕਿਸਾਨ ਇਸ ਗੱਲ ਲਈ ਸੰਘਰਸ਼ ਕਰ ਰਹੇ ਨੇ ਕਿ ਫਸਲਾਂ ਦੀ ਜਿਹੜੀ ਉਚਿਤ ਕੀਮਤ ਦਿੱਤੀ ਜਾਵੇ, ਉਹਦੇ ਵਾਜਬ ਮੁੱਲ ਦਿੱਤੇ ਜਾਣ। ਇਹ ਵਾਜਬ ਮੁੱਲ ਦੇਣ ਦੀ ਖਾਤਰ ਕਿ ਕਿੰਨੇ ਕੁ ਵਾਜਬ ਮੁੱਲ ਹੋਣੇ ਚਾਹੀਦੇ ਨੇ, ਕੋਈ ਅੰਦਾਜ਼ਾ ਇਹਦੇ ਬਾਰੇ ਕਿਸ ਤਰ੍ਹਾਂ ਲਾਇਆ ਜਾਵੇ, ਕਿਸ ਤਰ੍ਹਾਂ ਫੈਸਲਾ ਕੀਤਾ ਜਾਵੇ। ਕੇਂਦਰ ਦੀ ਕਾਂਗਰਸ ਸਰਕਾਰ ਦੌਰਾਨ ਪਿਛਲੇ ਸਮੇਂ ਵਿੱਚ ਇੱਕ ਸਵਾਮੀਨਾਥਨ ਕਮਿਸ਼ਨ ਬਣਾਇਆ ਗਿਆ ਸੀ। ਉਸ ਕਮਿਸ਼ਨ ਨੇ ਜਿਹੜੀ ਰਿਪੋਰਟ ਦਿੱਤੀ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਿਸਾਨ ਦੀ ਜਿਹੜੀ ਲਾਗਤ ਹੈ ਪ੍ਰਤੀ ਏਕੜ ਨੂੰ ਯੂਨਿਟ ਮੰਨ ਲਓ, ਉਹਦੇ ਉੱਤੇ ਕਿੰਨੀ ਉਹਦੀ ਲਾਗਤ ਆਈ ਹੈ, ਤੇਲ, ਬੀਜ, ਬਹਾਈ, ਪਾਣੀ, ਗੁਡਾਈ, ਟੋਟਲ ਲੇਬਰ ਵਿੱਚ ਉਹਦੇ ਐਡ ਕਰਕੇ ਕਿੰਨੀ ਲਾਗਤ ਆਈ ਹੈ, ਅਤੇ ਉਹਦੇ ਵਿੱਚ ਜ਼ਮੀਨ ਦਾ ਜਿਹੜਾ ਠੇਕਾ ਹੈ ਉਹ ਵੀ ਗਿਣਿਆ ਜਾਵੇ, ਅਤੇ ਫਿਰ ਉਹਦੇ ਵਿੱਚ 50% ਮੁਨਾਫਾ ਜੋੜ ਕੇ ਕਿਸਾਨ ਨੂੰ ਉਹਦਾ ਮੁੱਲ ਦਿੱਤਾ ਜਾਣਾ ਚਾਹੀਦਾ ਹੈ ਜੀ। ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਸੀ, ਮਤਲਬ ਬਹੁਤ ਜ਼ਿਆਦਾ ਨਹੀਂ, ਵੱਡਾ ਫਰਕ ਪੈਂਦਾ ਸੀ। ਜੇ ਇਹ ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਹੁੰਦੀ ਅਤੇ ਸ਼ਾਇਦ ਜੋ ਹੁਣ ਇਸ ਵੇਲੇ ਝੋਨੇ ਦਾ ਜਾਂ ਕਣਕ ਦਾ ਜਾਂ ਹੋਰ ਫਸਲਾਂ ਦਾ ਭਾਅ ਆ, ਇਹ 3 ਤੋਂ 4 ਗੁਣਾ ਵੱਧ ਹੁੰਦਾ ਹੁਣ ਦੇ ਮੁਕਾਬਲੇ ਜੀ। ਪਰ ਇਸ ਰਿਪੋਰਟ ਨੂੰ, ਇਹ ਸਵਾਮੀਨਾਥਨ ਦੀ ਰਿਪੋਰਟ ਨੂੰ ਠੰਡੇ ਬਸਤੇ 'ਚ ਸੁੱਟ ਦਿੱਤਾ ਗਿਆ ਅਤੇ ਕਿਸਾਨਾਂ ਦਾ ਸੰਘਰਸ਼ ਫੇਰ ਜਾਰੀ ਰਿਹਾ ਕਿ ਸਾਨੂੰ ਵਾਜਬ ਮੁੱਲ ਦਿੱਤਾ ਜਾਵੇ। ਹਰ ਸਾਲ ਜਿਹੜੀਆਂ ਸਰਕਾਰਾਂ ਨੇ ਉਹ ਇਸ ਤਰ੍ਹਾਂ ਦਾ ਐਲਾਨ ਕਰਦੀਆਂ ਨੇ ਕਿ ਅਸੀਂ ਵਾਜਬ ਮੁੱਲ ਦੇਵਾਂਗੀਆਂ। ਜਦੋਂ 2014 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਗੱਲ ਕੀਤੀ ਗਈ ਸੀ ਕਿ ਅਸੀਂ ਸੱਤਾ ਵਿੱਚ ਆਉਂਦੇ ਹੀ ਸਵਾਮੀਨਾਥਨ ਰਿਪੋਰਟ ਲਾਗੂ ਕਰ ਦੇਵਾਂਗੇ। ਉਹ ਰਿਪੋਰਟ ਲਾਗੂ ਨਹੀਂ ਹੋਈ। ਫਿਰ ਬਾਅਦ 'ਚ ਕਿਹਾ ਗਿਆ ਜੀ 2019 ਦੀਆਂ ਚੋਣਾਂ 'ਚ ਕਿਹਾ ਗਿਆ ਨਹੀਂ ਹੁਣ ਤਾਂ ਪੱਕੀ ਲਾਗੂ ਕਰ ਦਿਆਂਗੇ। ਉਸ ਤੋਂ ਬਾਅਦ ਵੀ ਲਾਗੂ ਨਹੀਂ ਹੋਈ। ਉਲਟਾ 3 ਖੇਤੀ ਕਾਨੂੰਨ ਲਿਆਂਦੇ ਗਏ ਜਿਹੜੇ ਕਿਸਾਨਾਂ ਨੂੰ ਹੋਰ ਵੀ ਜਕੜਨ ਵਾਲੇ ਸੀ। ਉਹ ਕਿਸਾਨ ਅੰਦੋਲਨ ਦੇ ਸਾਹਮਣੇ ਉਹ ਖੇਤੀ ਕਾਨੂੰਨ ਤਾਂ ਸਰਕਾਰ ਨੂੰ ਵਾਪਸ ਲੈਣੇ ਪਏ। ਪਰ ਕੀਮਤਾਂ ਵਾਲਾ ਮਾਮਲਾ ਉੱਥੇ ਰਿਹਾ ਅਤੇ ਦੂਜਾ ਇਹ ਮਾਮਲਾ ਵੀ ਉੱਥੇ ਰਿਹਾ ਕਿ ਜੇ ਕੀਮਤ ਕੋਈ ਮਿਤੀ ਵੀ ਜਾਂਦੀ ਹੈ ਤਾਂ ਉਸ ਕੀਮਤ ਦੇ ਉੱਤੇ ਉਸ ਫਸਲ ਦੀ, ਉਸ ਜਿਨਸ ਦੀ ਖਰੀਦ ਜਿਹੜੀ ਹੈ ਉਹ ਯਕੀਨੀ ਨਹੀਂ ਬਣਦੀ।
ਉਹ ਖਰੀਦੀ ਨਹੀਂ ਜਾਂਦੀ। ਜਦੋਂ ਸਰਕਾਰੀ ਏਜੰਸੀਆਂ ਉਹ ਫਸਲ ਨਹੀਂ ਖਰੀਦਦੀਆਂ ਤੇ ਉਹ ਫਿਰ ਪ੍ਰਾਈਵੇਟ ਖਰੀਦਦੇ ਨੇ ਆਪਦੀ ਮਰਜ਼ੀ ਨਾਲ, ਮਰਜ਼ੀ ਦੇ ਭਾਅ ਨਾਲ ਉਹ ਖਰੀਦਦੇ ਨੇ। ਹੁਣ ਕਿਸਾਨਾਂ ਨੇ ਇਹ ਕਿਹਾ ਆ ਕਿ ਝੋਨੇ ਦੀ ਕੀਮਤ ਦੇ ਵਿੱਚ ਸਿਰਫ 100 ਰੁਪਏ ਦਾ ਵਾਧਾ ਕੀਤਾ ਗਿਆ ਪ੍ਰਤੀ ਕੁਇੰਟਲ। ਜੇ ਪਿਛਲੀ ਵਾਰ ਜਿਹੜਾ ਸਧਾਰਨ ਝੋਨਾ ਆ ਉਹ 1940 ਰੁਪਏ ਨੂੰ ਕੁਇੰਟਲ ਸੀ ਤੇ ਹੁਣ ਉਹ 2040 ਨੂੰ ਕਰ ਦਿੱਤਾ ਗਿਆ, 5% ਦੀ ਇਜ਼ਾਫਾ ਉਹਦੇ 'ਚ ਕੀਤਾ ਗਿਆ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਜਿਹੜਾ ਡੀਜ਼ਲ ਤੇ ਪੈਟਰੋਲ ਹੈ ਉਹ ਕਿੰਨਾ ਮਹਿੰਗਾ ਹੋਇਆ, ਮਸ਼ੀਨਰੀ ਜਿਹੜੀ ਹੈ ਉਹਦੇ ਰੇਟ ਕਿੰਨੇ ਵਧੇ ਨੇ, ਖਾਦਾਂ ਜਿਹੜੀਆਂ ਨੇ ਉਹ ਕਿੰਨੀਆਂ ਮਹਿੰਗੀਆਂ ਹੋਈਆਂ ਨੇ, ਕੀਟਨਾਸ਼ਕ ਦਵਾਈਆਂ ਕਿੰਨੀਆਂ ਮਹਿੰਗੀਆਂ ਹੋਈਆਂ ਨੇ, ਲੇਬਰ ਵੀ ਮਹਿੰਗੀ ਹੋਈ ਹੈ। ਤੇ ਕਿਸਾਨ ਦੇ ਉੱਤੇ ਖਰਚੇ ਦਾ ਬੋਝ ਜਿਸ ਹਿਸਾਬ ਦੇ ਨਾਲ ਵਧਿਆ ਉਸ ਹਿਸਾਬ ਦੇ ਨਾਲ ਇਹਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਜਿਣਸ ਦੀ ਕੀਮਤ ਦੇ ਵਿੱਚ। ਜਿਣਸ ਦੀ ਕੀਮਤ ਦਾ ਵਾਧੇ ਨੂੰ ਕਿਸਾਨਾਂ ਨੇ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਦੇ ਨਾਲ ਇੱਕ ਘਟੀਆ ਮਜ਼ਾਕ ਕੀਤਾ ਹੈ। ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਇੱਕ ਜੁਮਲਾ ਹੈ ਜਿਹਦੇ ਨਾਲ ਕਿਸਾਨਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਕਾਗਜ਼ਾਂ ਦੇ ਵਿੱਚ ਕੀਮਤਾਂ ਦਰਜ ਹੋ ਜਾਂਦੀਆਂ ਨੇ, ਉਹ ਕਾਫੀ ਵੀ ਨਹੀਂ ਹੁੰਦੀਆਂ, ਉਹ ਵੀ ਘੱਟ ਹੁੰਦੀਆਂ ਨੇ, ਪਰ ਜਿਹੜੀਆਂ ਹੁੰਦੀਆਂ ਨੇ ਉਹ ਵੀ ਕਾਗਜ਼ਾਂ ਵਿੱਚ ਹੀ ਦਰਜ ਰਹਿੰਦੀਆਂ ਨੇ। ਉਸ ਭਾਅ ਦੇ ਉੱਤੇ ਉਸ ਹਿਸਾਬ ਦੇ ਨਾਲ ਕਦੇ ਕੋਈ ਜਿਣਸ ਜਿਹੜੀ ਹੈ ਉਹ ਖਰੀਦੀ ਨਹੀਂ ਜਾਂਦੀ। ਕਪਾਹ ਦੀਆਂ ਕੀਮਤਾਂ ਦੇ ਵਿੱਚ ਵੀ ਬਹੁਤ ਮਾਮੂਲੀ ਵਾਧਾ ਕੀਤਾ ਗਿਆ, ਸਿਰਫ 6% ਦੀ ਉਹਦੀ ਕੀਮਤ ਵਧਾਈ ਗਈ ਹੈ। ਇਸੇ ਤਰ੍ਹਾਂ ਜਿਹੜੀਆਂ ਹੋਰ 15-16 ਹੋਰ ਜਿਣਸਾਂ ਨੇ, ਟੋਟਲ 17 ਜਿਣਸਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ। ਉਹ ਸਭ ਦੇ ਵਿੱਚ ਹੀ ਕਿਸੇ 'ਚ 2% ਦੀ ਹੈ, ਕਿਸੇ 'ਚ 2.5% ਦੀ ਹੈ, ਕਿਸੇ ਸਭ ਤੋਂ ਵੱਧ ਕਪਾਹ ਦੇ ਵਿੱਚ ਹੀ ਹੈ ਉਹ ਵੀ 6% ਦੀ ਹੈ, ਜਿਹੜਾ ਕਿ ਕਿਸਾਨ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ। ਇਸ ਕਰਕੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਨੂੰ ਆਪਣੇ ਇਸ ਫੈਸਲੇ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ, ਇਹਦੇ ਵਿੱਚ ਦੁਬਾਰਾ ਸੋਧ ਕਰਨੀ ਚਾਹੀਦੀ ਹੈ। ਜੇ ਦੁਬਾਰਾ ਇਹਦੇ ਵਿੱਚ ਸੋਧ ਨਹੀਂ ਕੀਤੀ ਗਈ ਤਾਂ ਕਿਸਾਨ ਜਥੇਬੰਦੀਆਂ ਨੂੰ ਇਸ ਇਸ਼ੂ ਦੇ ਉੱਤੇ ਦੁਬਾਰਾ ਫੇਰ ਮੋਰਚਾ ਲਾਉਣ ਲਈ ਮੈਦਾਨ ਵਿੱਚ ਨਿਕਲਣਾ ਪੈ ਸਕਦਾ ਹੈ। ਇਹ ਕਿਸੇ ਇੱਕ ਜਥੇਬੰਦੀ ਨੇ ਨਹੀਂ ਕਿਹਾ, ਪੰਜਾਬ ਦੇ ਵਿੱਚ ਜਿੰਨੀਆਂ ਜਥੇਬੰਦੀਆਂ ਨੇ ਸਾਰੀਆਂ ਜਥੇਬੰਦੀਆਂ ਨੇ ਹੀ ਇਸ ਨੂੰ ਸਰਕਾਰ ਦਾ ਇੱਕ ਘਟੀਆ ਕੋਝਾ ਮਜ਼ਾਕ ਦੱਸਿਆ ਤੇ ਇਹਦਾ ਡਟਵਾਂ ਵਿਰੋਧ ਕੀਤਾ ਔਰ ਕਿਹਾ ਕਿ ਇਹਦੇ ਖਿਲਾਫ ਸੰਘਰਸ਼ ਛੇੜਾਂਗੇ ਜੇ ਸਰਕਾਰ ਨੇ ਇਸ ਫੈਸਲੇ ਨੂੰ ਨਾ ਬਦਲਿਆ। ਜੀ ਤੇ ਸੰਧੂ ਸਾਹਿਬ, ਜੇ 1-1.5 ਮਿੰਟ ਦੇ ਵਿੱਚ ਬਹੁਤ ਹੀ ਬਰੀਫਲੀ ਆਪਾਂ ਇਹ ਵੀ ਗੱਲ ਕਰ ਲਈਏ ਕਿ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਵਿਰੁੱਧ ਆਵਾਜ਼ ਉਠਾ ਰਹੇ ਵਿਦਿਆਰਥੀਆਂ ਤੇ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ, ਇਹਦਾ ਕੀ ਵੇਰਵਾ ਜੀ? ਵਾਸੂ ਜੀ, ਪੰਜਾਬ ਯੂਨੀਵਰਸਿਟੀ ਜਿਹੜੀ ਹੈ ਹਕੀਕਤ ਵਿੱਚ ਇਹ 14 ਅਕਤੂਬਰ 1882 ਨੂੰ ਇਹਦਾ ਐਕਟ ਪਾਸ ਹੋਇਆ ਸੀ। ਜਦੋਂ 47 ਦੀ ਵੰਡ ਹੋਈ ਤਾਂ ਉਸ ਵੇਲੇ ਪੰਜਾਬ ਯੂਨੀਵਰਸਿਟੀ 2 ਹਿੱਸਿਆਂ 'ਚ ਵੰਡੀ ਗਈ। ਇੱਕ ਹਿੱਸਾ ਇਹਦਾ ਪਾਕਿਸਤਾਨ 'ਚ ਰਹਿ ਗਿਆ, ਇੱਕ ਭਾਰਤ ਵਿੱਚ ਆ ਗਿਆ। ਜਿਹੜਾ ਭਾਰਤ ਵਾਲਾ ਆ ਗਿਆ, ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ 10 ਸਾਲਾਂ ਤੱਕ ਇਹਦੇ ਕੋਲ ਕੋਈ ਆਪਣਾ ਕੈਂਪਸ ਹੀ ਨਹੀਂ ਸੀ। 1956 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਹਦਾ ਕੈਂਪਸ ਬਣਾਇਆ ਗਿਆ। ਜਿਹੜਾ ਚੰਡੀਗੜ੍ਹ ਪੰਜਾਬ ਦੀ ਜ਼ਮੀਨ 'ਤੇ ਉਸਰਿਆ, ਇਸ ਢੰਗ ਦੇ ਨਾਲ ਪੰਜਾਬ ਦਾ ਇਹਦੇ ਉੱਤੇ ਪੂਰਾ ਹੱਕ ਬਣਦਾ ਸੀ। ਪੰਜਾਬ ਦੀ ਧਰਤੀ ਉੱਤੇ ਚੰਡੀਗੜ੍ਹ ਯੂਨੀਵਰਸਿਟੀ ਉਸਾਰੀ ਗਈ, ਪੰਜਾਬ ਯੂਨੀਵਰਸਿਟੀ ਉਸਾਰੀ ਗਈ ਚੰਡੀਗੜ੍ਹ ਦੀ ਧਰਤੀ ਉੱਤੇ। ਔਰ ਹੁਣ ਇਹਦੇ ਯਤਨ ਇਹ ਕੀਤਾ ਜਾ ਰਿਹਾ ਕਿ ਇਹਦਾ ਕੇਂਦਰੀਕਰਨ ਕੀਤਾ ਜਾ ਰਿਹਾ, ਇੱਕ ਤਰ੍ਹਾਂ ਦੇ ਨਾਲ ਇਹਨੂੰ ਪੰਜਾਬ ਤੋਂ ਖੋਹਿਆ ਜਾ ਰਿਹਾ, ਬਲਕਿ ਆਪਾਂ ਕਹਿ ਸਕਦੇ ਹਾਂ ਕਿ ਖੋਹ ਲਿਆ ਗਿਆ ਹੈ। ਹੁਣ ਜਿਹੜੇ ਵਿਦਿਆਰਥੀ ਨੇ ਤੇ ਅਧਿਆਪਕ ਨੇ ਜਿਹੜੇ ਚਾਹੁੰਦੇ ਨੇ ਕਿ ਇਹ ਯੂਨੀਵਰਸਿਟੀ ਪੰਜਾਬ ਵਿੱਚ ਹੀ ਰਹਿਣੀ ਚਾਹੀਦੀ ਹੈ, ਫਿਰ ਇਹਦੀ ਸਥਿਤੀ ਕੁਝ ਹੋਰ ਹੋਵੇਗੀ। ਜੇ ਇਹਦਾ ਕੇਂਦਰੀਕਰਨ ਕਰ ਦਿੱਤਾ ਜਾਂਦਾ ਹੈ ਤੇ ਉਹ ਸਿੱਧਾ ਹੀ ਕਹਿੰਦੇ ਨੇ ਕਿ ਇਹਦੇ ਉੱਤੇ RSS ਦਾ ਠੱਪਾ ਲੱਗ ਜਾਏਗਾ, ਭਾਜਪਾ ਦਾ ਠੱਪਾ ਲੱਗ ਜਾਏਗਾ ਔਰ ਇਹਦੇ ਵਿੱਚ ਫਿਰ ਪੜ੍ਹਾਈ, ਇਹਦੇ 'ਚ ਸਬਜੈਕਟ, ਇਹਦੇ 'ਚ ਅਧਿਐਨ ਉਸ ਤਰਜ਼ ਦੇ ਉੱਤੇ ਹੋਵੇਗਾ। ਇਸ ਕਰਕੇ ਕੱਲ੍ਹ ਵਿਦਿਆਰਥੀਆਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਇਹਦਾ ਵਿਰੋਧ ਕਰਦੇ ਹੋਏ ਇਸ ਕੇਂਦਰੀਕਰਨ ਦੇ ਖਿਲਾਫ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਮੁਜ਼ਾਹਰਾ ਕੀਤਾ, ਪ੍ਰਦਰਸ਼ਨ ਕੀਤਾ ਔਰ ਉਹ ਅੱਗੇ ਆਪਣੇ ਵਿਧਾਨ ਸਭਾ ਵੱਲ ਵੱਧ ਰਹੇ ਸੀ। ਅੱਗੇ ਜਦੋਂ ਰਸਤੇ 'ਚ ਉਹਨਾਂ ਨੂੰ ਬੈਰੀਕੇਡ ਲਾ ਕੇ ਰੋਕਿਆ ਗਿਆ, ਬੈਰੀਕੇਡ ਤੋੜ ਕੇ ਵੀ ਉਹਨਾਂ ਨੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ। ਉਸ ਵੇਲੇ ਉਹਨਾਂ ਦੇ ਉੱਤੇ ਡਾਂਗਾਂ ਵਰਾਈਆਂ ਗਈਆਂ, ਕੁੜੀਆਂ ਨਾਲ ਵੀ ਖਿੱਚ ਧੂ ਕੀਤੀ ਗਈ ਔਰ ਕਾਫੀ ਲੋਕਾਂ ਨੂੰ, ਉਹਦੇ ਵਿਦਿਆਰਥੀਆਂ ਨੂੰ ਸੱਟਾਂ ਵੀ ਲੱਗੀਆਂ, ਜਿਨ੍ਹਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ। ਕਈਆਂ ਦੀਆਂ ਪੱਗਾਂ ਲੈ ਗਈਆਂ, ਕਈ ਡਿੱਗ ਪਏ, ਕਈਆਂ ਦੇ ਕੱਪੜੇ ਫਟ ਗਏ। ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ। ਹੁਣ ਸਰਕਾਰਾਂ ਜਿਹੜੀਆਂ ਨੇ ਉਹ ਸੂਬੇ ਦੀ ਜਨਤਾ ਤੋਂ ਪੁੱਛੇ ਤੋਂ ਬਗੈਰ, ਵਿਦਿਆਰਥੀਆਂ ਤੋਂ ਪੁੱਛੇ ਤੋਂ ਬਗੈਰ ਆਪਣੀ ਮਰਜ਼ੀ ਦੇ ਨਾਲ ਇਸ ਤਰ੍ਹਾਂ ਦਾ ਕੰਮ ਕਰਦੀਆਂ ਨੇ ਕਿ ਇਹ ਜਿਹੜਾ ਅਦਾਰਾ ਹੈ ਇਹਦਾ ਕੇਂਦਰੀਕਰਨ ਕਰ ਦਿਓ, ਇਹ ਅਦਾਰਾ ਪ੍ਰਾਈਵੇਟ ਹੱਥਾਂ 'ਚ ਵੇਚ ਦਿਓ, ਇਹਨੂੰ ਇਹ ਕਰ ਦਿਓ, ਉਹਨੂੰ ਉਹ ਕਰ ਦਿਓ। ਲੋਕਾਂ ਦੇ ਹਿੱਤਾਂ ਦਾ, ਲੋਕਾਂ ਦੀਆਂ ਭਾਵਨਾਵਾਂ ਦਾ ਉੱਥੇ ਕੋਈ ਖਿਆਲ ਨਹੀਂ ਰੱਖਿਆ ਜਾਂਦਾ। ਕੁਛ ਇਹੋ ਜਿਹਾ ਹੀ ਜਿਹੜਾ ਹੈ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਾਮਲੇ ਵਿੱਚ ਵੀ ਹੋ ਰਿਹਾ ਹੈ। ਸੰਧੂ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਧੰਨਵਾਦ ਜੀ। ਹੈਵ ਅ ਵੈਰੀ ਨਾਈਸ ਵੀਕਐਂਡ ਤੇ ਹੁਣ ਸੋਮਵਾਰ ਨੂੰ ਗੱਲਬਾਤ ਹੋਏਗੀ। ਧੰਨਵਾਦ ਵਾਸੂ ਜੀ, ਧੰਨਵਾਦ।